ट्रक चलाना सीख के करो कमाइयां। 2020 CDL ड्राइविंग स्कूल फ्रेडरिक्सबर्ग वर्जीनिया विखे जिथे CDL क्लास A, B ते P ਦੀ ਟ੍ਰੇਨਿੰਗ ਕਾਰਸ, ਬੱਸਿਸ, ਬਾਕਸ ਟਰੱਕ, ਕਮਰਸ਼ੀਅਲ ਟਰੈਕਟਰ ਟ੍ਰੇਲਰ ਵੀ ਚਲਾਉਣੇ ਸਿਖਾਏ ਜਾਂਦੇ ਨੇ। ਇੱਥੇ ਨਾ ਸਿਰਫ ਪੰਜਾਬੀ, ਹਿੰਦੀ, ਅੰਗਰੇਜ਼ੀ, ਉਰਦੂ ਤੇ ਸਪੈਨਿਸ਼ ਵਿੱਚ ਗੱਲਬਾਤ ਕਰਨ ਦੀ ਸਹੂਲਤ ਹੈ, ਸਗੋਂ ਰਿਹਾਇਸ਼ ਦਾ ਵੀ ਪ੍ਰਬੰਧ ਹੈ। ਅੱਜ ਹੀ ਸੰਪਰਕ ਕਰੋ ਸਨੀ ਨੂੰ 540 656 0985 ਤੇ। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 360 652 6066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661 797 2354। ਉਹ ਯਾਰ ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ? ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ। जी हाँ, ड्रीमलाइनर एक्सप्रेस कंपनी कैलगरी अल्बर्टा कैनेडा, जिन्हां नूं साफ सुथरे रिकॉर्ड ते 2 साला तजर्बे वाले ड्राइवर्स दी लोड़ है। इन्हां कोल कैलगरी अल्बर्टा तो कैलिफोर्निया ते एरिजोना दे सिद्धे रन। इन्हां कोल ड्राई ते रीफर लोड भी है। होम रिटर्न विद इन 5 days, बाई वीकली ते चंगी तनख्वाह दिंदे आ। और हाँ, सिंगल ते टीम्स दोनां नूं हायर करदे ने। वधेरे जानकारी लई कॉल 403 404 9501 403 404 9501। ड्रीमलाइनर एक्सप्रेस कंपनी कैलगरी अल्बर्टा कैनेडा। ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨ੍ਹਈਆਜ਼ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ। ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 8556 600 2064 ਅਤੇ 8556 02071। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਣੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, the one stop shop। 5196220660 ਜਾਂ quicktrucklube.com। QTL, because we care। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ। ਵਾਸ਼ਿੰਗਟਨ ਫਰੇਟ ਸਰਵਿਸ ਜਿਹੜੀ ਓਨਰ, ਆਪਰੇਟਰ ਤੇ ਡਰਾਈਵਰ ਸੈਟਲ ਲੋਕਲ ਜੌਬ ਦੇ ਲਈ ਹਾਇਰ ਕਰ ਰਹੀ ਹੈ। ਤੁਸੀਂ ਸੰਪਰਕ ਕਰ ਸਕਦੇ ਹੋ ਗੁਰਵਿੰਦਰ ਸਿੰਘ ਢਾਲੀਵਾਲ ਹੋਰਾਂ ਨਾਲ 206 354 4060 ਤੇ ਜਗਦੇਵ ਸੰਧੂ ਹੋਰਾਂ ਨਾਲ 253 266 6924 ਤੇ। ਅਕਾਲ ਟਰੱਕ ਐਂਡ ਟ੍ਰੇਲਰ ਜੋ 82 ਰੇਨੋ ਡਰਾਈਵ ਫਾਰਮਰਸ ਰੋਡ ਵਿਨੀਪੈਗ ਤੇ ਇੱਥੇ ਤੁਹਾਨੂੰ ਖੁੱਲੀ ਪਾਰਕਿੰਗ, ਵਾਸ਼, ਕੁਇਕ ਟਰੱਕ ਲੀਵ ਦੇ ਨਾਲ DOT, ਸੇਫਟੀ ਤੇ ਸੈਮੀ ਤੇ ਟ੍ਰੇਲਰ ਦਾ ਸਾਰਾ ਕੰਮ ਕਰਕੇ ਦਿੱਤਾ ਜਾਂਦਾ ਹੈ। 204 459 2000 ਤੇ ਕਾਲ ਕਰ ਸਕਦੇ ਹੋ। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਢਿੱਲੋਂ ਸਾਹਿਬ, ਚੰਨੀ ਸਰਕਾਰ, ਚੰਨੀ ਮੁੱਖ ਮੰਤਰੀ ਨੇ, ਉਹ ਵੀ ਬੜਾ ਕੰਮ ਆਪਦਾ ਕਰ ਰਹੇ ਨੇ। ਬੇਸ਼ੱਕ ਅੜਿੱਕੇ ਬੜੇ ਪੈ ਰਹੇ ਨੇ, ਪਰ ਮੰਤਰੀਆਂ ਦੇ ਵਿੱਚੋਂ ਜੇਕਰ ਗੱਲ ਕਰੀਏ ਤਾਂ ਰਾਜਾ ਵੜਿੰਗ ਜਿਹੜਾ ਉਹਨੇ ਆਪਦੇ ਜਲਵੇ ਦਿਖਾਉਣੇ ਸ਼ੁਰੂ ਕਰ ਦਿੱਤੇ ਆ। ਅੱਧੀ ਰਾਤ ਨੂੰ ਵੀ ਜਿਹੜਾ ਹੈ ਟਰਾਂਸਪੋਰਟ ਮਹਿਕਮਾ ਪੂਰਾ ਐਕਟਿਵ ਹੋਇਆ ਫਿਰਦਾ ਹੈ, ਬੱਸਾਂ 'ਚ ਚੜ੍ਹਿਆ ਫਿਰਦਾ ਹੈ, ਬੜੇ ਹੁਕਮ ਕਰ ਦਿੱਤੇ ਨੇ। ਦੇਖੋ, ਗੱਲ ਇਹ ਹੈ ਕਿ ਹੁਕਮ ਕਰਨ ਵਾਲਾ ਚਾਹੀਦਾ ਹੈ। ਜਿਵੇਂ ਕਹਿੰਦੇ ਹੁੰਦੇ ਨੇ ਕਿ ਪ੍ਰਸ਼ਾਸਨਿਕ ਅਧਿਕਾਰੀ ਹਿਲਦੇ ਨਹੀਂ, ਹਿਲਾਉਣ ਵਾਲਾ ਬੰਦਾ ਚਾਹੀਦਾ, ਫਿਰ ਭੱਜਦੇ ਬਹੁਤ ਹੈ ਜੀ। ਰਾਜਾ ਵੜਿੰਗ ਦੀ ਜੇ ਅਸੀਂ ਪੋਲੀਟੀਕਲ ਉਤਪਤੀ ਦੇਖੀਏ ਜੀ, ਰਾਜਨੀਤਿਕ ਪੈਦਾਇਸ਼ ਦੇਖੀਏ ਤਾਂ ਜਿਸ ਇਲਾਕੇ ਦਾ ਇਹ ਜੰਪਲ ਹੈ ਉਹ ਇਲਾਕਾ ਬਾਦਲਾਂ ਦਾ ਹੈ। ਇਹਨੇ ਆਪਣੀ ਰਾਜਨੀਤੀ ਯੂਥ ਕਾਂਗਰਸ ਤੋਂ ਸ਼ੁਰੂ ਕੀਤੀ ਜੀ, ਬਲਾਕ ਪ੍ਰੈਜ਼ੀਡੈਂਟ ਤੋਂ, ਤੇ ਪਹਿਲਾ ਮੱਥਾ ਹੀ ਇਹਦਾ ਬਾਦਲ ਪਰਿਵਾਰ ਨਾਲ ਲੱਗਿਆ ਸੀ। ਇੱਕ ਉਹ ਜ਼ਮਾਨਾ ਸੀ ਜਦੋਂ ਇਹਦਾ ਰਾਜਨੀਤਿਕ ਉਸਤਾਦ ਜਗਮੀਤ ਸਿੰਘ ਬਰਾੜ ਬਾਦਲਾਂ ਦੇ ਖਿਲਾਫ ਖੜਦਾ ਰਿਹਾ ਤੇ ਇਹ ਉਹਦੇ ਵਰਕਰ ਦੇ ਤੌਰ ਤੇ ਕੰਮ ਕਰਦਾ ਰਿਹਾ ਜੀ। ਪਰਿਸਥਿਤੀਆਂ ਬਦਲੀਆਂ, ਹਾਲਾਤ ਬਦਲੇ। ਅੱਜ ਜਗਮੀਤ ਸਿੰਘ ਬਰਾੜ ਤਾਂ ਉੱਥੇ ਬਾਦਲਾਂ ਵਾਲੇ ਪਾਸੇ ਖੜ ਗਿਆ, ਲੇਕਿਨ ਜਿਹੜੀ ਉਹਦੇ ਲਈ ਖਾਲੀ ਥਾਂ ਹੈ ਜੀ ਉਹ ਇਹਨੇ ਭਰਤੀ। ਔਰ ਮੇਰੀ ਇਹ ਸਮਝ ਹੈ ਦਾਨੇਲੀਆ ਸਾਹਿਬ
ਕਿ ਜਿਸ ਬੰਦੇ ਦੀ ਰਾਜਨੀਤਿਕ ਪਦੈਸ਼ ਜਿੱਥੋਂ ਹੋਈ ਹੋਵੇ, ਜੀ ਜੇ ਉਹ ਆਪਣੇ ਸਟੈਂਡ ਤੇ ਖੜਾ ਤਾਂ ਉਹਦੀ ਰਾਜਨੀਤਿਕ ਹੋਂਦ ਵੀ ਉੱਥੇ ਹੀ ਖੜਦੀ ਹੈ। ਜੀ ਜੇ ਬਾਦਲਾਂ ਦੇ ਵਿਰੋਧ ਵਿੱਚ ਖੜਾ ਹੈ ਹੂੰ। ਮਨਪ੍ਰੀਤ ਸਿੰਘ ਬਾਦਲ, ਇਹ ਦੀ ਰਾਜਨੀਤਿਕ ਪਦੈਸ਼ ਹੈ। ਜੀ ਸੌਰੀ, ਮਨਪ੍ਰੀਤ ਬਾਦਲ ਨਹੀਂ, ਆਪਣਾ ਰਾਜਾ ਵੜਿੰਗ, ਇਹ ਉਹਦੀ ਰਾਜਨੀਤਿਕ ਪਦੈਸ਼ ਹੈ। ਜੇ ਹੁਣ ਉਹ ਸਮਝੌਤਾਵਾਦੀ ਨੀਤੀ ਅਪਣਾ ਲੂਗਾ ਜੀ ਤਾਂ ਇਹ ਇਹਦੇ ਰਾਜਨੀਤਿਕ ਅੰਤ ਦੀ ਸ਼ੁਰੂਆਤ ਹੋ ਜੂਗੀ। ਔਰ ਜੇ ਉਹ ਉਹਨਾਂ ਦੇ ਖਿਲਾਫ ਲੜਦਾ ਹੈ, ਉਹਨਾਂ ਨੂੰ ਟੱਕਰ ਦਿੰਦਾ ਹੈ, ਤਾਂ ਉਹਦੀ ਰਾਜਨੀਤਿਕ ਹੋਂਦ ਬਰਕਰਾਰ ਰਹੂ। ਕਿਉਂਕਿ ਢਿੱਲੋਂ ਸਾਹਿਬ ਤੁਸੀਂ ਦੇਖੋ ਨਾ, ਜਿਹੜੇ ਇਹਨਾਂ ਦੇ ਰਾਜਨੀਤਿਕ ਜਿਹੜੇ ਵਿਰੋਧੀ ਨੇ ਗਿੱਦੜਵੇ ਦੇ ਵਿੱਚ, ਉਹ ਦੇਖੋ ਫੇਸਬੁੱਕਾਂ ਤੇ ਕਿਵੇਂ ਬੋਲਦੇ ਇਹਨੂੰ, ਤੇ ਜੇ ਉਹਨਾਂ ਨਾਲ ਰਾਜੀਨਾਮਾ ਕਰ ਗਿਆ ਤੇ ਲੋਕਾਂ ਨੇ ਕਹਿਣਾ ਵੀ ਆਹ ਕੀ ਕਰ ਗਿਆ। ਉਹ ਤਾਂ ਬਹੁਤ ਛੋਟੀ ਗੱਲ ਹੈ ਜੀ। ਉਹ ਤਾਂ ਜਿਵੇਂ ਕਹਿੰਦੇ ਹੁੰਦੇ ਨੇ, ਜਦੋਂ ਮੈਂ ਮਰ ਜੇ ਤੇ ਜੂਆਂ ਨਾਲ ਹੀ ਮਰ ਜਾਂਦੀਆਂ, ਚਿੱਚੜ ਮਰ ਜਾਂਦੇ। ਵੱਡੀ ਗੱਲ ਇਹ ਹੈ, ਇਹਨੇ ਟੱਕਰ ਕਿਹਦੇ ਨਾਲ ਲਈ ਹੈ। ਪਹਿਲੀ ਗੱਲ ਤਾਂ ਇਹ ਕਿ ਜਦੋਂ ਰਾਜਾ ਵੜਿੰਗ ਵਜ਼ਾਰਤ ਹਾਸਲ ਕਰਨ ਵਾਸਤੇ ਜਦੋਜਹਿਦ ਕਰ ਰਿਹਾ ਸੀ, ਇਹਦਾ ਵਿਰੋਧ ਹੋਇਆ ਕਿ ਇਹ ਬੰਦਾ ਵਜ਼ਾਰਤ 'ਚ ਨਾ ਆਵੇ ਜੀ। ਤੇ ਵਿਰੋਧ ਕਰਨ ਵਾਲੇ ਕੌਣ ਸੀ? ਬਾਦਲ ਪਰਿਵਾਰ ਦਾ ਇੱਕ ਹਿੱਸਾ ਜੀ, ਅੰਦਰੂਨੀ ਤੇ ਬੈਰੂਨੀ। ਬਾਹਰੋਂ ਵੀ ਦਬਾਅ ਪਿਆ ਕਿ ਰਾਜੇ ਵੜਿੰਗ ਨੂੰ ਨਾ ਬਣਾਇਆ ਜਾਵੇ ਮੰਤਰੀ, ਅੰਦਰੋਂ ਵੀ ਦਬਾਅ ਪਿਆ ਕਿ ਰਾਜੇ ਵੜਿੰਗ ਨੂੰ ਮੰਤਰੀ ਨਾ ਬਣਾਇਆ ਜਾਵੇ ਜੀ। ਆਖਰੀ ਸਮੇਂ ਤੱਕ ਜਿਵੇਂ ਪਾਣੀ, ਥਾਲੀ ਦਾ ਪਾਣੀ ਡੋਲਦਾ ਹੁੰਦਾ, ਦਿਲ ਐਂ ਡੋਲਦਾ ਸੀ ਕਿ ਬਣੂ ਕਿ ਨਹੀਂ, ਬਣੂ ਕਿ ਨਹੀਂ, ਬਣੂ ਕਿ ਨਹੀਂ। ਮਾਲਵੇ ਦੇ ਲੋਕਾਂ ਦੀਆਂ ਨਜ਼ਰਾਂ ਚੰਡੀਗੜ੍ਹ ਵੱਲ ਲੱਗੀਆਂ ਹੋਈਆਂ ਸੀ ਕਿ ਰਾਜੇ ਦੀ ਕਿਤੇ ਮੰਤਰੀ ਵਾਲੀ ਕੁਰਸੀ ਚੱਕ ਕੇ ਨਾ ਲੈ ਜੇ ਕੋਈ, ਜਿਹੜੀ ਉੱਥੇ ਪਈ ਹੈ। ਅਖੀਰ ਚਲੋ ਤਕੜਾ ਰਿਹਾ ਰਾਜਾ, ਉਹਨੇ ਆਪਣੀ ਮੈਨੇਜਮੈਂਟ ਕੀਤੀ, ਉਹ ਵਜ਼ੀਰ ਬਣ ਗਿਆ ਜੀ। ਰਾਜੇ ਦੀ ਪਹਿਲੇ ਦਿਨ ਤੋਂ ਹੀ ਇੱਕ ਮਨਸ਼ਾ ਸੀ ਕਿ ਕਾਸ਼ ਮੈਨੂੰ ਕਿਤੇ ਟਰਾਂਸਪੋਰਟ ਮਹਿਕਮਾ ਮਿਲ ਜੇ ਜੀ, ਤੇ ਮੈਂ ਕਰਕੇ ਦਿਖਾ ਦਿਆਂ ਕਿ ਵਜ਼ੀਰ ਕੀ ਕੁਛ ਕਰ ਸਕਦਾ। ਫਿਰ ਇਹਦੇ ਟਰਾਂਸਪੋਰਟ ਮਹਿਕਮਾ ਇਹਨੂੰ ਨਾ ਮਿਲੇ, ਇਹਦੇ ਵਾਸਤੇ ਪੂਰਾ ਜ਼ੋਰ ਲੱਗਿਆ ਜੀ। ਉੱਥੇ ਵੀ ਅੰਦਰੂਨੀ ਵੀ ਲੱਗਿਆ ਤੇ ਬੈਰੂਨੀ ਵੀ ਲੱਗਿਆ। ਕਾਂਗਰਸ ਦੇ ਬਾਹਰੋਂ ਵੀ ਦਬਾਅ ਪਿਆ ਤੇ ਅੰਦਰੋਂ ਵੀ ਦਬਾਅ ਪਿਆ ਜੀ, ਪਰ ਇਹਨੂੰ ਇਹ ਮਹਿਕਮਾ ਮਿਲ ਗਿਆ। ਅੱਜ ਹੈ ਸ਼ੁੱਕਰਵਾਰ, ਗੱਲ ਬੁੱਧਵਾਰ ਦੀ ਹੈ ਜੀ। ਬੁੱਧਵਾਰ ਨੂੰ ਅਰਲੀ ਇਨ ਦੀ ਮਾਰਨਿੰਗ ਰਾਜਾ ਰਾਜਪੁਰੇ ਕੋਲੇ ਖੜਾ ਹੈ। ਬੱਸ ਆਉਂਦੀ ਹੈ PITC ਦੀ। ਰਾਜਾ ਇੱਕ ਆਮ ਸਵਾਰੀ ਨੂੰ ਹੱਥ ਦਿੰਦਾ ਹੈ। ਬੱਸ ਰੁਕ ਜਾਂਦੀ ਹੈ ਤੇ ਰਾਜਾ ਚੜ੍ਹ ਜਾਂਦਾ ਹੈ ਜੀ, ਬਹਿ ਜਾਂਦਾ ਹੈ। ਡਰਾਈਵਰ ਨੇ ਪਛਾਣ ਲਿਆ ਵੀ ਤਾਂ ਸਾਡੇ ਮਹਿਕਮੇ ਦਾ ਮੰਤਰੀ ਹੈ ਜੀ। ਜਦੋਂ ਕੰਡਕਟਰ ਕੋਲੇ ਗਿਆ, ਉਹ ਕਹਿੰਦਾ ਜਿਹੜਾ ਬੰਦਾ ਬੈਠਾ ਨਾ, ਆ ਹੁਣ ਚੜਿਆ ਜੱਟ ਜੀ ਵਾਲਾ, ਕੋਈ ਆਮ ਨਹੀਂ, ਇਹ ਵਜ਼ੀਰ ਹੈ ਆਪਣਾ ਜੀ। ਆਇਆ ਕੋਲੇ, ਕੰਡਕਟਰ ਨੇ ਆ ਕੇ ਫਤਿਹ ਬੁਲਾਈ, ਰਾਜੇ ਨਾਲ ਦੁਆ ਸਲਾਮ ਕੀਤੀ। ਰਾਜੇ ਨੇ ਪੁੱਛਿਆ ਵੀ ਹਾਂ ਭਾਈ ਠੀਕ ਹੈ, ਕੰਮ ਧੰਦਾ ਤੇਰਾ ਸਾਰਾ ਪਤਾ ਲੱਗ ਗਿਆ, ਇਹਨੂੰ ਮੇਰਾ ਪਤਾ ਲੱਗ ਗਿਆ। ਉਹ ਕਹਿੰਦਾ ਜੀ ਠੀਕ ਹੈ, ਸਾਰਾ ਕੁਛ। ਹੋਰ ਕੋਈ ਤਕਲੀਫ ਹੋਵੇ? ਉਹ ਮੁੰਡੇ ਨੇ ਮਹਿਸੂਸਿਆ ਜਾਂ ਮੂੰਹ ਕਰਕੇ ਕਹਿੰਦਾ ਸਰ ਕਦੇ ਪੱਕੇ ਪੁੱਕੇ ਕਰ ਦਿਓਗੇ, ਸਾਡੇ ਬਾਰੇ ਵੀ ਕੁਝ ਸੋਚੋ। ਰਾਜੇ ਨੇ ਕਿਹਾ ਯਾਰ ਪ੍ਰੋਸੈਸ ਦੇ ਵਿੱਚ ਥੋੜਾ ਕੰਮ ਕਰਾਂਗੇ ਪੱਕੇ। ਉਹ ਤੋਂ ਬਾਅਦ ਸਵਾਰੀਆਂ ਨਾਲ ਬਹਿ ਗਿਆ, ਇਕੱਲੀ ਸਵਾਰੀ ਨਾਲ ਬੈਠ ਕੇ ਕੀ ਤਕਲੀਫਾਂ, ਕੀ ਕਾਰਵਾਈ ਕਰਕੇ, ਮਤਲਬ ਇੱਕ ਆਮ ਕਿ ਲੋਕ ਕੀ ਮਹਿਸੂਸ ਕਰਦੇ ਆ PITC ਰੋਡਵੇਜ਼ ਦੀਆਂ ਬੱਸਾਂ 'ਚ, ਇਹਨੂੰ ਅਸੀਂ ਕਹਿੰਦੇ ਫੀਡਬੈਕ। ਉਹਨੇ ਗਰਾਊਂਡ ਲੈਵਲ ਤੋਂ ਫੀਡਬੈਕ ਇਕੱਠੀ ਕੀਤੀ ਤੇ ਫੀਡਬੈਕ ਇਕੱਠੀ ਕਰਨ ਤੋਂ ਬਾਅਦ ਬੰਦਾ ਬਠਿੰਡੇ ਆ ਜਾਂਦਾ। ਬਠਿੰਡੇ ਆ ਕੇ ਉਹਨੇ ਮੀਟਿੰਗਾਂ ਲਈਆਂ ਜੀ। ਉਹਨੇ ਕਾਂਗਰਸੀ ਵਰਕਰਾਂ ਨਾਲ ਵੀ ਮੀਟਿੰਗ ਕੀਤੀ, ਉਹਨੇ ਅਧਿਕਾਰੀਆਂ ਨਾਲ ਵੀ ਮੀਟਿੰਗ ਕੀਤੀ ਤੇ ਅਧਿਕਾਰੀਆਂ ਨਾਲ ਮੀਟਿੰਗ ਉਹਨੇ ਚੰਡੀਗੜ੍ਹ ਵੀ ਕਰ ਲਈ ਸੀ ਜੀ। ਚੰਡੀਗੜ੍ਹ ਉਹਨੇ ਹੁਕਮ ਦਿੱਤਾ ਸੀ ਕਿ ਇੱਕ ਤਾਂ ਕਿਸੇ ਵੀ ਬੱਸ ਅੱਡੇ ਦੇ ਵਿੱਚ ਨਜਾਇਜ਼ ਕਬਜ਼ਾ ਨਹੀਂ ਰਹਿਣਾ ਚਾਹੀਦਾ। ਦੂਜਾ, ਟਾਈਮ ਟੇਬਲ ਦੇ ਵਿੱਚ ਜਿਹੜੀ ਗੜਬੜ ਕੀਤੀ ਹੈ ਨਾ, ਉਹ ਗੜਬੜ ਦੂਰ ਕਰ ਦਿਓ। ਗੜਬੜ ਹੁਣ ਟਾਈਮ ਟੇਬਲ ਦੇ ਵਿੱਚ ਕੀ ਹੈ? ਹੁਣ ਮਿਸਾਲ ਦੇ ਤੌਰ ਤੇ PITC ਦੀ ਬੱਸ ਹੈ ਜੀ। PITC ਦੀ ਬੱਸ ਦਾ ਜਿਹੜਾ ਟਾਈਮ ਹੈ ਉਹਨੂੰ 2 ਮਿੰਟ ਦੇਤੇ ਜੀ, ਤੁਹਾਡੇ ਕੋਲੇ 2 ਮਿੰਟ ਇੰਨੇ ਦਾ ਗੇਅਰ ਪਾਉਂਦੇ ਨਿਕਲ ਜਾਂਦੇ ਬਸ। 2 ਮਿੰਟਾਂ 'ਚ ਬਾਹਰ ਨਿਕਲ ਜਾਓ, ਕੋਈ ਚੜੇ ਨਾ ਚੜੇ। ਫਿਰ ਆ ਗਈ ਜੀ ਤੁਹਾਡੀ ਬੱਸ ਕੋਈ ਕਿਸੇ ਛੋਟੇ ਟਰਾਂਸਪੋਰਟਰ ਦੀ, ਉਹਨੂੰ ਦੇਤੇ 2.5 ਮਿੰਟ ਭਾਜਾ ਵੀ। ਉਦੋਂ ਬਾਅਦ ਆ ਗਈ ਔਰਬਿਟ ਬਾਦਲ ਵਾਲਿਆਂ ਦੀ 4 ਮਿੰਟ 'ਚ ਹੀ ਕਿਹੜਾ 5-5 6 ਮਿੰਟ ਉਹ ਖੜੇ ਆ ਜੀ। ਉਹਨਾਂ ਨੂੰ ਕੋਈ ਪੁੱਛਦਾ ਨਹੀਂ, 6 ਮਿੰਟਾਂ ਦਾ ਟਾਈਮ ਹੈ ਉਹਨਾਂ ਦਾ। ਜੇ 8-10 ਵੀ ਲਾ ਲੈਣਗੇ ਤਾਂ ਕਿਸੇ ਕੋਈ ਖੰਘ ਨਹੀਂ ਸਕਦਾ। ਜੇ ਕੋਈ ਇਲ ਬਿਲ ਯੂਨੀਅਨ ਵਾਲਾ ਕਰਦਾ ਹੀ ਤੇ ਉਹਦੀ ਨਾਲ ਦੀ ਖੜਕੈਂਤੀ ਕਰਦੇ ਤੇ ਪੁਲਿਸ ਵਾਲੇ ਗੱਲ ਨਹੀਂ ਸੁਣਦੇ ਸੀ। ਉਹਨੇ ਚੰਡੀਗੜ੍ਹ ਮੀਟਿੰਗ ਕਰਕੇ ਕਹਿੰਦਾ ਮਿੱਤਰੋ ਮੈਂ ਨਹੀਂ ਇਹ ਸੁਣਨਾ। ਫਿਰ ਆ ਗਿਆ ਜੀ ਉਹ ਬਠਿੰਡੇ ਆ ਕੇ ਉਹਨੇ ਹੁਕਮ ਦਿੱਤਾ ਕਿ ਜਿੰਨੇ ਆ ਬੱਸ ਅੱਡੇ ਦੇ ਵਿੱਚ ਨਜਾਇਜ਼ ਕਬਜ਼ੇ ਜੇ ਨਾ ਹਟਾ ਦਿਓ। ਤੇ ਮੈਨੂੰ ਫਿਰ ਦਾਨੇਵਾਲੀਆ ਸਾਹਿਬ ਜਿਹੜੀ ਪਤਾ ਲੱਗਿਆ ਨਾ ਕਿ ਰਾਤ ਬੰਦਾ ਮੋਨੀਟਰ ਕਰਦਾ ਰਿਹਾ, ਘਰੇ ਆਪਦੇ ਪਹੁੰਚ ਗਿਆ, ਹੁਕਮ ਦੇ ਗਿਆ ਵੀ ਹੁਕਮ ਦੇ ਉੱਤੇ ਅਮਲ ਹੋਇਆ ਕਿ ਨਹੀਂ ਹੋਇਆ। ਤੇ ਫਿਰ ਜਿਹੜੇ ਵੱਡੇ ਸਾਹਿਬ ਸੀ ਉੱਠੇ ਜੀ, ਵੱਡੇ ਸਾਹਿਬ, ਫੋਰਸ ਪੂਰੀ ਲਾਈ, ਲਾ ਐਂਡ ਆਰਡਰ ਦੀ ਪ੍ਰੋਬਲਮ ਨਾ ਆ ਜੇ ਕਿਤੇ, ਡਿਊਟੀ ਮੈਜਿਸਟ੍ਰੇਟ ਨਾਮਜ਼ਦ ਕੀਤਾ
ਤੇ ਜਿਹੜੇ PRTC ਦੇ ਅਫਸਰਾਂ ਦੇ ਸਾਹਮਣੇ ਬਾਦਲ ਵਾਲਿਆਂ ਦਾ ਆਰਬਿਟ ਵਾਲਾ ਪਿਆ ਸੀ ਨਾ, ਖੋਖਾ ਹੀ ਨਹੀਂ ਕਹਿ ਸਕਦੇ ਆਪਾਂ ਨੂੰ, ਵਰਕਸ਼ਾਪ ਵੀ ਸੀ ਤੇ ਦਫ਼ਤਰ ਵੀ ਸੀ, ਸਾਰਾ ਕੁਝ ਹੀ ਸੀ। ਅੱਛਾ। ਉਹ ਜਿਹੜਾ ਪਿਆ ਸੀਗਾ ਤੇ ਉਹਨੂੰ ਕੋਈ ਹੱਥ ਨਹੀਂ ਲਾਉਂਦਾ ਸੀ। ਵੀਡੀਓਗ੍ਰਾਫਰ ਲਿਆਂਦਾ, ਕਨੈਕਸ਼ਨ ਕੱਟਿਆ, AC ਲੱਗਿਆ ਹੋਇਆ ਵਿੱਚ। ਅੱਛਾ, ਦੱਸੋ ਕਿੱਥੋਂ ਮਿਲ ਗਿਆ ਕਨੈਕਸ਼ਨ? ਕੱਲਾ ਦਫ਼ਤਰ ਨਹੀਂ ਲੱਗਿਆ, ਨਾਲ ਬਿਜਲੀ ਵੀ ਇਸਤੇਮਾਲ ਹੁੰਦੀ ਹੈ। ਅੰਦਰ ਕਨੈਕਸ਼ਨ ਲੱਗਿਆ, AC ਦਾ ਕਨੈਕਸ਼ਨ ਕੱਟਿਆ, ਕਨੈਕਸ਼ਨ ਕੱਟਣ ਤੋਂ ਬਾਅਦ ਜਿੰਦਾ ਭੰਨਿਆ, ਤੋੜਿਆ ਜਿੰਦਾ ਤੋੜਨ ਤੋਂ ਬਾਅਦ ਸਾਰੀ ਜਿਹੜੀ ਹੈਗੀ ਉਹ ਕੀਤੀ ਵੀਡੀਓਗ੍ਰਾਫੀ, ਕਿ ਕੋਈ ਚੀਜ਼ ਇਹੀ ਜਿਹੀ ਨਾ ਹੋਵੇ ਜਿਹਦਾ ਅਨਾਦਰ ਹੋਵੇ। ਗੁਰੂ ਨਾਨਕ ਦੇਵ ਸਾਹਿਬ ਦੀ ਫੋਟੋ ਲੱਗੀ ਹੈ। ਪਹਿਲਾਂ ਰਾਜੇ ਦੀਆਂ ਹਦਾਇਤਾਂ ਸੀ ਕਿ ਕਿਸੇ ਧਾਰਮਿਕ ਪੁਸਤਕ ਦੀ, ਕਿਸੇ ਧਾਰਮਿਕ ਤਸਵੀਰ ਦੀ ਬੇਅਦਬੀ ਨਹੀਂ ਹੋਣੀ ਚਾਹੀਦੀ। ਬੜੇ ਮਤਲਬ ਸਲੀਕੇ ਨਾਲ ਉਹਨੂੰ ਸੰਭਾਲਿਆ। ਫਿਰ ਕਰੇਨ ਆਈ ਜੀ, PRTC ਕੋਲੇ ਤੁਹਾਨੂੰ ਪਤਾ ਕਰੇਨਾਂ ਤਾਂ ਹੁੰਦੀਆਂ। ਫਿਰ ਉਹਨੂੰ ਬੜਾ ਚੱਕਿਆ ਤੇ ਆਰਾਮ ਦੇ ਨਾਲ ਵਰਕਸ਼ਾਪ ਦੇ ਵਿੱਚ ਜਾ ਕੇ ਅੰਦਰ ਲਾ ਲਿਆ। ਔਰ ਫਿਰ ਜਦੋਂ ਸਭ ਅੱਛਾ ਹੋ ਗਿਆ ਕਿ ਰਾਜਾ ਜੀ ਠੀਕ ਹੈ, ਉਦੋਂ ਬਾਅਦ ਉਹ ਸੌਂ ਗਿਆ, ਸੁੱਤਾ ਹੈ। ਉਨੀ ਦੇਰ ਤੱਕ ਉਹ ਸੁੱਤਾ ਨਹੀਂ। ਮਤਲਬ ਆਪਾਂ ਖਬਰ ਦਾ ਹੈਡਿੰਗ ਕੱਢਿਆ ਕਿ ਰਾਜੇ ਨੇ ਦਿਖਾਏ ਜਲਵੇ। ਜੇ ਵਜ਼ੀਰ ਜਲਵਾ ਦਿਖਾਉਣ ਆ ਜੇ ਫਿਰ ਕੀ ਨਹੀਂ ਹੁੰਦਾ, ਸਭ ਕੁਝ ਹੁੰਦਾ। ਤੇ ਮੈਨੂੰ ਬਹੁਤ ਵੱਡੀਆਂ ਸੰਭਾਵਨਾਵਾਂ ਲੱਗਦੀਆਂ ਇਸ ਮੁੰਡੇ ਦੇ ਵਿੱਚ, ਕਿਉਂਕਿ ਜਿੱਥੋਂ ਇਹ ਚੱਲਿਆ, ਜਿਨ੍ਹਾਂ ਦਾ ਵਿਰੋਧ ਹੋ ਰਿਹਾ, ਇਹਦਾ ਵਿਰੋਧ ਸਾਰੇ ਪਾਸਿਆਂ ਦੇ ਜਾਤੀ ਜਿਹੜੇ ਵਿਰੋਧੀ ਹੈ ਉਹ ਇਹਨੂੰ ਤੰਗ ਕਰਦੇ ਹੈ, ਇਹਦੇ ਸਿਆਸੀ ਵਿਰੋਧੀ ਇਹਨੂੰ ਤੰਗ ਕਰਦੇ ਹੈ, ਔਰ ਇਹਦੇ ਸਿਆਸੀ ਵਿਰੋਧੀ ਹੁਣ ਇੱਕ ਹੋਰ ਨਵਾਂ ਤਰੀਕਾ ਕਰ ਕੱਢਿਆ ਜੀ। ਕਿਸਾਨ ਜਥੇਬੰਦੀਆਂ ਨੇ ਕਹਿਤਾ ਕਿ ਕੱਲਾ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਕਰਨਾ ਹੈ। ਰਾਜਾ ਵੜਿੰਗ ਜੇ ਜਾਂਦਾ ਤਾਂ ਇਹਦਾ ਵਿਰੋਧ ਹੁੰਦਾ ਹੈ, ਉਹਦੇ ਘਰ ਵਾਲੀ ਕਿਤੇ ਜਾਂਦੀ ਆ ਅੰਮ੍ਰਿਤਾ, ਉਹਦਾ ਵਿਰੋਧ ਹੁੰਦਾ। ਕੱਲ ਉਹ ਵਜ਼ੀਰ ਬਣ ਕੇ ਗਿਆ, ਉੱਥੇ ਫਿਰ ਕਹਿੰਦੇ ਜੀ ਸਾਡੇ ਸਵਾਲਾਂ ਦਾ ਜਵਾਬ ਦਿਓ। ਬੰਦੇ ਨੇ ਬੜਾ ਤਿੰਗ ਕੇ ਸਵਾਲਾਂ ਦੇ ਜਵਾਬ ਦਿੱਤੇ ਜੀ। ਫਿਰ ਕਹਿੰਦੇ ਜੀ ਤਸੱਲੀ ਨਹੀਂ ਹੋਈ। ਉਹ ਕਹਿੰਦਾ ਯਾਰ ਤੁਸੀਂ ਆਪਣੇ ਸੋਸ਼ਲ ਮੀਡੀਆ ਤੇ ਪਾਉਣਾ ਪਾ ਲਓ, ਤੁਸੀਂ ਇਹੀ ਕਹਾਉਣਾ ਸ਼ੁਰੂ ਕਰ ਚਾਹੁੰਦੇ ਹੋ ਨਾ ਵੀ ਰਾਜੇ ਨੇ ਸਾਡੇ ਪੈਰੀਂ ਹੱਥ ਲਾਓ। ਲਓ ਮੇਰੇ ਕਿਸਾਨ ਭਰਾ, ਮੈਂ ਤੁਹਾਡੇ ਪੈਰੀਂ ਹੱਥ ਵੀ ਲਾ ਦਿੰਦੇ, ਪੈਰੀਂ ਹੱਥ ਵੀ ਲਾਏ। ਅੱਛਾ, ਕਿਸਾਨਾਂ ਦੇ ਪੈਰੀਂ ਹੱਥ ਵੀ ਲਾਏ। ਫਿਰ ਜਿਹੜਾ ਹੈਗਾ ਤੁਹਾਡਾ ਗੋਦੀ ਮੀਡੀਆ ਜਾਂ ਜਿਹੜਾ ਇਹਨਾਂ ਨੂੰ ਯੂਟਿਊਬਰ ਜਿਹੜੇ ਹੈਗੇ, ਜਿਹੜੇ ਮਤਲਬ ਕੀ ਕਹਿੰਦੇ ਉਹਨਾਂ ਨੂੰ ਆਪਾਂ ਤੂਤੂ ਵਾਲੇ, ਇਹਨਾਂ ਨੇ ਕਰਤਾ ਜੀ ਰਾਜੇ ਨੇ ਫਿਰ ਪੈਰੀਂ ਹੱਥ ਲਾ ਕੇ ਖਹਿੜਾ ਛੁਡਾਇਆ। ਇਹ ਨਹੀਂ ਕਿਹਾ ਕਿ ਉਹ MLA ਨੇ ਕਿਸਾਨਾਂ ਦਾ ਸਤਿਕਾਰ ਕੀਤਾ ਹੈ, ਹੱਸਦਾ ਵੀ ਰਿਹਾ ਉਹਨਾਂ ਨਾਲ ਦਲੀਲਬਾਜ਼ੀ ਵੀ ਕਰਦਾ ਰਿਹਾ, ਔਖਾ ਵੀ ਹੁੰਦਾ ਰਿਹਾ, ਹੱਸਦਾ ਵੀ ਰਿਹਾ। ਜਾਣ ਵਾਲੇ ਕਹਿੰਦਾ ਲਓ ਵੀ ਭਰਾਓ ਮੈਂ ਲਾਤੇ ਤੁਹਾਡੇ ਪੈਰੀਂ, ਤਸਵੀਰਾਂ ਖਿੱਚ ਲਓ, ਬਣਾ ਲਓ ਵੀਡੀਓ ਤੁਸੀਂ ਆਪਣੀਆਂ। ਤੇ ਜਿਹੜਾ ਤੁਹਾਡਾ IT ਸੈੱਲ ਹੈ ਉਹਦੇ ਵਿੱਚ ਤੁਸੀਂ ਵੀ ਆਪਦੀ ਤਸੱਲੀ। ਪਰ ਮੇਰਾ ਖਿਆਲ ਹੈ ਜੇ ਉਹਨਾਂ ਨੇ IT ਸੈੱਲ ਤੇ ਕਿਸਾਨਾਂ ਨੇ ਉਹਨਾਂ ਨਹੀਂ ਕੀਤਾ, ਜਿੰਨਾ ਤੂਤੂ ਵੀ TV ਤੇ ਬਾਕੀ ਜਿਹੜੇ ਸਿਆਸੀ ਵਿਰੋਧੀ ਉਹਨਾਂ ਨੇ ਬਹੁਤ ਕੀਤਾ ਹੈ। ਪਰ ਮੈਂ ਤਾਂ ਮਤਲਬ ਵੀ ਲੱਗਦਾ ਪਤਾ ਕਿ ਕੋਈ ਚੇਂਜ ਹੋਈ ਹੈ, ਬੰਦਾ ਚੱਜ ਦਾ ਖੜਾ ਹੋਇਆ। ਬਹੁਤ ਲੰਬੇ ਸਮੇਂ ਅਰਸੇ ਬਾਅਦ ਦੇਖਿਆ ਜੀ ਕਿ ਇੱਕ ਅਜਿਹਾ ਵਜ਼ੀਰ ਆਇਆ ਜਿਹੜਾ PRTC ਦੇ ਪੰਜਾਬ ਰੋਡ ਜਾਂ ਸਟੇਟ ਸੈਕਟਰ ਬਾਰੇ ਜਿਹਨੇ ਸੋਚਣਾ ਸ਼ੁਰੂ ਕੀਤਾ ਹੈ। ਕਿਉਂਕਿ ਸਮੁੰਦਰ 'ਚ ਰਹਿ ਕੇ ਜੀ ਮਗਰਮੱਛ ਨਾਲ ਜਿਹੜਾ ਵੈਰ ਹੈ ਉਹ ਸੌਖਾ ਨਹੀਂ ਹੁੰਦਾ। ਇਸ ਇਲਾਕੇ ਦੇ ਵਿੱਚ ਬੈਠ ਕੇ ਜਿਹੜਾ ਪਹਿਲਾ ਐਕਸ਼ਨ ਬਾਦਲਾਂ ਦੇ ਖਿਲਾਫ ਕਰਨਾ ਰਾਜੇ ਵੜਿੰਗ ਦਾ, ਨਿੱਕੀ ਗੱਲ ਨਹੀਂ, ਬਹੁਤ ਵੱਡੀ ਗੱਲ ਹੈ। ਢਿੱਲੋਂ ਸਾਹਿਬ, ਮਨਪ੍ਰੀਤ ਸਿੰਘ ਬਾਦਲ ਹੋਰੀ ਵੀ ਕਾਰਪੋਰੇਸ਼ਨ ਦੇ ਵਿੱਚ ਕਰ ਰਹੇ ਨੇ ਜਿਹੜੇ ਬਕਾਇਆ ਫੈਸਲੇ ਆ, ਬਿਜਲੀ ਦੇ ਯੂਨਿਟ ਮਾਫ ਕਰਨੇ ਹੈ, ਉਹ ਕਿੰਨੇ ਕਰਨੇ ਹੈ, ਜਾਂ ਮਾਫੀ ਦਈਏ ਕਿ ਜੋ ਬਿਜਲੀ ਦਾ ਅੱਜ ਰੇਟ ਹੈ ਉਹ ਰੇਟ ਘਟਾ ਦੇ। ਇੱਕ ਤਾਂ ਉਹਦੀ ਮਾਫੀ ਲੱਗ ਕੇ ਆਉਂਦੀ ਹੈ, ਇੱਕ ਹੁੰਦਾ ਵੀ ਜੇ ਆਪਾਂ ਰੇਟ ਹੀ ਉਹਨੇ ਘਟਾ ਦਈਏ। ਜੇ ਫਰਜ਼ ਕਰੋ ਅੱਜ ਬਿਜਲੀ ਦਾ ਰੇਟ ਜੇ 9 ਰੁਪਏ ਦਾ ਉਹਨੂੰ ਜੇ 5 ਰੁਪਏ ਕਰਦਾ ਤਾਂ ਇਹਨੂੰ ਵੀ ਮਾਫੀ ਜੀ। ਰੇਟ ਘਟਾਉਣ ਦੀਆਂ ਵੀ ਗੱਲਾਂ ਚੱਲ ਪਈਆਂ ਨੇ ਬਿਜਲੀ ਦੀਆਂ। ਚਲੋ ਤਾਂ ਹੁਣ ਜੀ ਮਹੀਨੇ 3 ਰਹਿ ਗਏ, 3 ਮਹੀਨਿਆਂ ਦੇ ਵਿੱਚ ਕੀ ਗੰਜੀ ਲਾ ਲੂਗੀ ਤਾਂ ਕੀ ਨਿਚੋੜ ਲੂਗੀ। ਰੇਟ ਘਟਾਉਣੇ ਵੱਡੀ ਗੱਲ ਨਹੀਂ, ਵੱਡੀ ਗੱਲ ਤਾਂ ਇਹ ਹੈ ਕਿ ਤੁਸੀਂ ਵੱਡੇ ਜਿਹੜੇ ਹੈਗੇ ਨਾਗਾਂ ਨੂੰ ਹੱਥ ਪਾਉਣੇ ਹੋ ਕਿ ਨਹੀਂ ਪਾਉਂਦੇ। ਉਹ ਗੱਲ ਹੈ ਜਿਹੜੀ ਗੱਲ ਜੇ ਰੇਟ ਘਟਾ ਦੇ, ਰਾਜਾ ਕਹਿੰਦਾ ਲਓ ਜੀ ਤੁਸੀਂ ਐ ਕਰੋ PRTC ਦੀਆਂ ਜਿਹੜੇ ਟਿਕਟਾਂ ਘਟਾ ਦਿਓ। ਜਿਵੇਂ ਪਹਿਲਾਂ ਬੀਬੀਆਂ ਨੂੰ ਦਿੱਤਾ ਸਫਰ, ਉਹ ਕਹਿੰਦੇ ਵਿਦਿਆਰਥੀਆਂ ਨੂੰ ਦਿੱਤਾ ਧਮਕਾ। ਪਰ ਸਵਾਲ ਤਾਂ ਇਹ ਕਿ ਜਿਹੜੇ ਸਟੇਟ ਸੈਕਟਰ ਨੂੰ ਚੂਨਾ ਲਾ ਰਹੇ ਜੀ, ਉਹਨਾਂ ਨੂੰ ਹੱਥ ਕੌਣ ਪਾਉਂਦਾ ਹੈ? ਉਹ ਕਹਿੰਦੇ ਨੇ ਨਾ ਵੀ ਬੀਨ ਬਜਾ ਤਾਂ ਹਰੇਕ ਲੈਂਦਾ ਹੈ ਜੀ, ਲੇਕਿਨ ਸੱਪ ਨੂੰ ਕੀਲ ਕੇ ਪਟਾਰੀ 'ਚ ਪਾਉਣ ਦਾ ਵੱਲ ਕਿਸੇ ਨੂੰ ਆਉਂਦਾ ਹੈ। ਅਸਲ 'ਚ ਉਹ ਜ਼ਰੂਰਤ ਦਿਖਾਉਣੀ ਚਾਹੀਦੀ ਹੈ ਜੀ। ਤੇ ਢਿੱਲੋਂ ਸਾਹਿਬ, ਚੰਨੀ ਤੇ ਨਵਜੋਤ ਸਿੱਧੂ ਵਾਲੇ ਮਾਮਲੇ ਦੇ ਵਿੱਚ ਕੀ ਬਣਿਆ? ਕੱਲ੍ਹ ਵੀ ਮੁਲਾਕਾਤਾਂ ਹੋਈਆਂ, ਅੱਜ ਵੀ ਕੀ ਡਿਵੈਲਪਮੈਂਟ ਹੈ ਸਾਰੀ? ਦੇਖੋ ਦਾਨੇਵਾਲੀਆ ਸਾਹਿਬ, ਪਹਿਲੀ ਸਿੱਧੀ ਪੱਧਰੀ ਗੱਲ ਇਹ ਹੈ ਕਿ ਪੰਜਾਬ ਵਾਸਤੇ ਬੜੀ ਮਾਣ ਦੀ ਗੱਲ ਹੈ, ਗੁਰੂਆਂ ਪੀਰਾਂ ਦੀ ਧਰਤੀ ਹੈ ਜੀ। ਤੇ ਸਾਡੇ ਗੁਰੂ ਸਾਹਿਬਾਨ ਨੇ ਜਿਹੜੀ ਸਭ ਤੋਂ ਪਹਿਲੀ ਗੱਲ ਹੈ ਜਾਤ ਪਾਤ ਦਾ ਖਾਤਮਾ ਕੀਤਾ ਸੀ, ਰੱਦ ਕੀਤਾ ਸੀ ਜਾਤ ਪਾਤ ਵਾਲੀ ਗੱਲ ਨੂੰ। ਤੇ ਮੈਨੂੰ ਪਹਿਲੀ ਤਸੱਲੀ ਇਸ ਗੱਲ ਦੀ ਆਉਂਦੀ ਹੈ ਕਿ ਬਹੁਤ ਲੰਬੇ ਅਰਸੇ ਬਾਅਦ ਕੀ ਜੀ ਕਦੇ ਆਪਾਂ ਦੇਖਿਆ ਨਹੀਂ ਕਿ ਕਿਸੇ ਸ਼ਡਿਊਲ ਕਾਸਟ ਭਾਈਚਾਰੇ ਦੇ ਵਿੱਚੋਂ ਕੋਈ ਬੰਦਾ ਪੰਜਾਬ ਦਾ ਮੁੱਖ ਮੰਤਰੀ ਬਣਿਆ। 1947 'ਚੋਂ ਪਹਿਲੀ ਵਾਰੀ ਬਣੇ।
ਇਹ ਤੋਂ ਪਹਿਲਾਂ ਇੱਕ ਵਾਰੀ ਕਿਰਤੀ ਜਮਾਤ ਦੇ ਵਿੱਚੋਂ ਇੱਕ ਹੋਰ ਬੰਦਾ ਬਣਿਆ ਸੀ, ਗਿਆਨੀ ਜਿਹਨਾਂ ਦਾ ਜੈਲ ਨਾਂ ਸਿੰਘ। ਗਿਆਨੀ ਜੈਲ ਸਿੰਘ ਸੀ। ਦੂਜਾ ਇਹ ਹੈ ਜਿਹੜਾ ਅਨੁਸੂਚਿਤ ਸਮਾਜ ਦੇ ਵਿੱਚੋਂ ਬਣਿਆ ਹੋਇਆ। ਬੰਦੇ ਨੂੰ ਬਣੇ ਨੂੰ ਦਿਨ ਮੇਰੇ ਖਿਆਲ 10 ਹੋਏ ਹੈ ਤੇ ਅੱਜ ਚੌਥੀ ਵਾਰੀ ਦਿੱਲੀ ਚਲਾ ਗਿਆ ਜੀ। 4 ਚੱਕਰ ਉਹਦੇ ਦਿੱਲੀ ਦੇ ਲੱਗੇ ਹੈ। ਉਦੋਂ ਤੋਂ ਸੁੱਤਾ ਨਹੀਂ, ਸਵਾਰ ਕੇ ਸੁੱਤਾ ਨਹੀਂ, ਕਦੇ ਕਿਤੇ ਜਾਣਾ ਹੈ, ਉਧਰੋਂ ਗੁਲਾਬੀ ਸੁੰਡੀ ਦਾ ਅਟੈਕ ਹੋ ਗਿਆ, ਕਦੇ ਕੁਛ ਹੋ ਗਿਆ, ਕਦੇ ਕੁਛ ਹੋ ਗਿਆ। ਸਰਦਾਰ ਨਵਜੋਤ ਸਿੰਘ ਸਿੱਧੂ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਬਣੇ ਸੀ ਤੇ ਉਹਨਾਂ ਨੂੰ ਜਿਹਦੇ 72 ਦਿਨ ਪੂਰੇ ਹੋ ਗਏ ਸੀ ਉਹਦੇ ਉਹਨਾਂ ਨੇ ਅਸਤੀਫਾ ਦਿੱਤਾ ਜੀ। ਅਸਤੀਫਾ ਦੇਣ ਤੋਂ ਬਾਅਦ ਬੜਾ ਰੌਲਾ ਪਿਆ ਵੀ ਕੀ ਕਰੀਏ। ਚਰਨਜੀਤ ਸਿੰਘ ਚੰਨੀ ਨੇ ਫੋਨ ਵੀ ਕੀਤਾ, ਜੀ ਮੈਂ ਵੀਐਂਗੇ ਪ੍ਰੈਜ਼ੀਡੈਂਟ ਤੁਹਾਨੂੰ ਇੱਕ ਆਪਣਾ ਮੁਖੀ ਬਣਤਾ, ਤੁਸੀਂ ਪਰਿਵਾਰ ਦੇ ਮੁਖੀ ਹੈ, ਜਿੱਥੇ ਚਾਹੋਗੇ ਮੈਂ ਉੱਥੇ ਆ ਜਾਣਾ, ਆਪਾਂ ਬੈਠ ਕੇ ਗੱਲ ਮੁਕਾ ਲਈਏ ਜੀ। 2 ਬੰਦਿਆਂ ਦੀ ਡਿਊਟੀ ਵੀ ਲਾਤੀ। ਸਰਦਾਰ ਪ੍ਰਗਟ ਸਿੰਘ ਬੜਾ ਸਿਆਣਾ ਬੰਦਾ ਤੇ ਨਾਲ ਰਾਜਾ ਵੜਿੰਗ ਕੇ ਤੁਸੀਂ ਜਾਓ ਜੀ, ਜਾ ਕੇ ਉਹਨਾਂ ਨਾਲ ਗੱਲ ਕਰੋ, ਆਪਾਂ ਬੈਠ ਕੇ ਗੱਲ ਕਰਦੇ ਹਾਂ ਜੀ। ਹਾਈ ਕਮਾਂਡ ਵਾਲਿਆਂ ਨਾਲ ਵੀ ਗੱਲ ਕਰ ਲਈ। ਅਸਲ ਦੇ ਵਿੱਚ ਜਿਹੜੀ ਹਾਈ ਕਮਾਂਡ ਵਾਲਾ ਮਾਮਲਾ ਨਾ ਇਹ ਬੜਾ ਟੇਢਾ ਹੈ ਜੀ, ਕਿਉਂਕਿ ਜਿਸ ਬੰਦੇ ਨੂੰ ਜੋ ਪਾਵਰਾਂ ਦਿੱਤੀਆਂ ਉਹਦੇ ਕੋਲੇ ਉਹ ਪਾਵਰਾਂ ਦੇਣ ਦੇ ਉਹਨੂੰ ਅਵੇਅਰ ਕਰਨ। ਜਦੋਂ ਤੁਸੀਂ ਸਾਰੀ ਦੀ ਸਾਰੀ ਪਾਵਰ ਆਪਣੇ ਕੋਲੇ ਰੱਖਣੀ ਤੇ ਉਹਦਾ ਹੋਊਗਾ ਕੀ? ਉਹਦਾ ਫਿਰ ਇਹੀ ਕੁਛ ਹੋਊਗਾ। ਲਓ ਜੀ, 2-3 ਦਿਨ ਮੇਲਾ ਵਧੀਆ ਲੱਗਿਆ ਰਿਹਾ। ਅਖਬਾਰਾਂ ਨੂੰ ਖਬਰਾਂ ਮਿਲ ਗਈਆਂ, ਸਾਨੂੰ ਖਬਰਾਂ ਮਿਲ ਗਈਆਂ, ਪਏ ਤੇ ਚਰਚਾ ਕਰਦੇ ਰਹੇ। ਕੱਲ ਫਿਰ ਇੱਕ ਟਵੀਟ ਕਰਤਾ ਸਰਦਾਰ ਨਵਜੋਤ ਸਿੰਘ ਸਿੱਧੂ ਨੇ ਕਿ ਮੈਂ ਜਾ ਰਿਹਾ ਪੰਜਾਬ ਭਵਨ ਜੀ, 3 ਵਜੇ ਉੱਥੇ ਪਹੁੰਚ ਜਾਊਗਾ। ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀਗਾ ਕਿ ਆਪਾਂ ਗੱਲ ਕਰਨੀ ਹੈ ਤੇ ਮੁੱਖ ਮੰਤਰੀ ਸਾਹਿਬ ਨੂੰ ਮਤਲਬ ਇੱਕ ਕਿਸਮ ਦਾ ਕਹਿਤਾ ਸੀ ਕਿ ਭਾਈ ਤੂੰ ਆ ਜੀ ਉੱਥੇ, ਮੈਂ ਉੱਥੇ ਬੈਠੂੰਗਾ, ਜੇ ਤੈਨੂੰ ਲੋੜ ਹੈ ਤਾਂ ਆ ਜੀ। ਮੁੱਖ ਮੰਤਰੀ ਨੇ ਜਿਵੇਂ ਆਪਣਾ ਹੋਮਵਰਕ ਕੀਤਾ ਹੋਇਆ ਸੀ। ਇੱਕ ਉਹ ਹਰੀਸ਼ ਰਾਵਤ ਹੈ ਤਾਂ ਉਹ ਮੰਤਰੀ ਰਾਜਸਥਾਨ ਦਾ ਜੀ, ਪਰ ਅੱਜ ਕੱਲ੍ਹ ਮੇਰਾ ਖਿਆਲ ਹੈ ਵੀ ਹਰੀਸ਼ ਚੌਧਰੀ ਰਾਜਸਥਾਨ ਵਾਲੇ ਤੇ ਪਹਿਲਾਂ ਹਰੀਸ਼ ਰਾਵਤ ਲੱਗਿਆ ਹੋਇਆ। ਹਰੀਸ਼ ਰਾਵਤ ਦੇ ਤਾਂ ਦਿਨ ਜੇ ਪੁੱਗ ਗਏ ਲੱਗਦੇ, ਉਹ ਤਾਂ ਜਾਊਗਾ। ਉਹਨੇ ਆਪ ਦਾ ਵੀ ਕੰਮ ਸੰਭਾਲਣਾ, ਕਿਤੇ ਇਹਨਾਂ ਨੂੰ ਬਣਾਉਂਦਾ ਆਪ ਨਾ ਹਾਰ ਜਾਓ। ਉਹਨੇ ਉਹਦਾ ਹੋ ਗਿਆ ਜੀ, ਉਹਦਾ ਰਾਤ ਟਵੀਟ ਆ ਗਿਆ ਕਿ ਪਤਾ ਲੱਗਿਆ ਵੀ ਜਿਹੜਾ ਉਹਦੀਆਂ ਵੀ ਹੱਲੀਆਂ ਪਗੇ। ਅੱਛਾ, ਰਾਤ ਉਹਨੇ ਇੱਕ ਟਵੀਟ ਕੀਤਾ ਹੈ, ਕਹਿੰਦਾ ਪੌਣੇ 12 ਵਜੇ ਕੀਤਾ ਹੈ, ਕਹਿੰਦਾ 2 ਬੌਡੇ ਬਲਦ ਹੈ, ਇੱਕ ਪੰਜਾਬ 'ਚ ਹੈ ਤੇ ਇੱਕ ਹੈਗਾ ਉਧਰ ਉੱਤਰਾਖੰਡ 'ਚ। ਇਹਨਾਂ ਬੌਡੇ ਬਲਦਾਂ ਨੇ ਕਹਿੰਦਾ ਫਸਲ ਉਜਾੜਨੀ ਸ਼ੁਰੂ ਕਰਤੀ ਹੈ। ਇਹਦਾ ਮਤਲਬ ਉੱਥੇ ਦਿਸ ਗਿਆ ਉਹਨੂੰ ਜਿੰਨਾ ਕੁਛ, ਜਿਹੜਾ ਦੂਜੇ ਵਾਸਤੇ ਕੰਡੇ ਬੀਜਦਾ, ਅਮਰਿੰਦਰਾ ਵਾਸਤੇ ਕੰਡੇ ਬੀਜਦਾ, ਸ਼ਾਇਦ ਮੇਰਾ ਖਿਆਲ ਹੈ ਗਰੁੱਪ 23 ਵਾਲਿਆਂ ਨੇ ਉੱਥੇ ਵੀ ਬੀਜਤੇ ਹੁਣ ਕੰਡੇ ਉਹਦੇ ਵਾਸਤੇ। ਚਲੋ ਉਹਨੇ ਜਾਣਾ ਤੇ ਹਰੀਸ਼ ਰਾਵਤ ਆ ਗਿਆ ਜੀ, ਚਰਨਜੀਤ ਸਿੰਘ ਚੰਨੀ ਹੋ ਗਿਆ, ਪ੍ਰਧਾਨ ਜੀ ਹੋ ਗਏ ਨਵਜੋਤ ਸਿੰਘ ਸਿੱਧੂ ਜੀ, ਪ੍ਰਗਟ ਸਿੰਘ ਵੀ ਹੋ ਗਿਆ, ਆਪਣਾ ਨਾਗਰਾ ਸਾਹਿਬ ਤਾਂ ਕਹਿੰਦੇ 3-4 ਦਿਨ ਸੁੱਤੇ ਹੀ ਉਹਦੇ ਘਰ ਹੈ। ਨਵਜੋਤ ਸਿੰਘ ਸਿੱਧੂ ਦੇ ਨਾਲ ਹੀ ਆਏ ਸੀ, ਹੋਰ ਕਈ ਬੰਦੇ ਆ ਗਏ, ਬੁਲਾਰੀਆ ਐਂਡ ਕੰਪਨੀ ਬੈਠ ਕੇ ਤੇ ਉਹਨਾਂ ਨੇ ਜੀ ਗੱਲਾਂ ਬਾਤਾਂ ਕੀਤੀਆਂ। ਮੀਟਿੰਗ ਚੱਲੀ ਹੈ ਜੀ 2 ਘੰਟੇ। ਅੱਛਾ ਜੀ। 2 ਘੰਟੇ ਦੀ ਮੀਟਿੰਗ ਤੋਂ ਬਾਅਦ ਜਿਹੜੀਆਂ ਪੁਣ ਕੇ ਖਬਰਾਂ ਨਿਕਲ ਕੇ ਆ ਰਹੀਆਂ ਉਹ ਤਾਂ ਕਹਿੰਦੇ ਜੀ ਟਿਕਟਕਾ ਹੋ ਗਿਆ। ਪਰ ਜਿਵੇਂ ਕਹਿੰਦੇ ਹੁੰਦੇ ਨਾ ਵੀ ਪਿੰਡ ਦਾ ਗਹੀਰਿਆਂ ਤੋਂ ਪਤਾ ਲੱਗ ਜਾਂਦਾ ਜੀ ਕਿ ਪਿੰਡ ਕਿਹੋ ਜਿਹਾ। ਟੇਬਲ ਸੱਜ ਗਿਆ, ਟੇਬਲ ਦੇ ਉੱਤੇ ਮਾਈਕ ਰੱਖਣ ਵਾਸਤੇ ਸਾਰਾ ਕੁਝ ਪੱਤਰਕਾਰਾਂ ਨੂੰ ਇਸ਼ਾਰਾ ਕਰਤਾ ਵੀ ਆਇਓ ਤੇ ਭਾਈ ਆਪਾਂ ਆ ਕੇ ਗੱਲ ਕਰਾਂਗੇ। ਪੱਤਰਕਾਰ ਖੜ ਗਏ ਮੌਕੇ ਤੇ ਆ ਕੇ, ਲੇਕਿਨ ਮੀਟਿੰਗ ਖਤਮ ਹੋ ਗਈ। ਪਹਿਲਾਂ ਨਿਕਲਦੇ ਆ ਜੀ ਚੰਨੀ ਸਾਹਿਬ ਤੇ ਨਾਲ ਉਹਦੇ ਹਰੀਸ਼ ਚੌਧਰੀ ਜੀ। ਪੱਤਰਕਾਰਾਂ ਨੂੰ ਬਗੈਰ ਮਿਲੇ ਤੋਂ ਨਾਲ ਦੀ ਨਾਲ ਉਹਨਾਂ ਨੇ ਆਪਣੀ ਗੱਡੀ ਭਜਾਈ ਤੇ ਨਿਕਲ ਗਈ, ਕਿਉਂਕਿ ਉਹ ਮੁੱਖ ਮੰਤਰੀ ਹੈ ਚੰਨੀ ਸਾਹਿਬ, ਸਿਕਿਉਰਿਟੀ ਵਗੈਰਾ ਨਾਲ ਲੱਗੀ ਹੁੰਦੀ ਹੈ। ਫਿਰ ਆ ਗਏ ਜੀ ਨਵਜੋਤ ਸਿੰਘ ਸਿੱਧੂ ਜੀ, ਪੱਤਰਕਾਰ ਉਹਨਾਂ ਦੇ ਵੀ ਗੱਡੀ ਦੇ ਦੁਆਲੇ ਹੋਏ, ਲੇਕਿਨ ਉਹਨਾਂ ਨੇ ਸ਼ੀਸ਼ੇ ਤਾਹਾਂ ਚੜਾ ਲਏ, ਝਾਕੇ ਨਹੀਂ, ਉਹ ਵੀ ਨਿਕਲ ਗਏ, ਕਿਸੇ ਨੇ ਕੋਈ ਗੱਲ ਨਹੀਂ ਕੀਤੀ। ਪ੍ਰਗਟ ਸਿੰਘ ਹੋਰ ਜਿਹੜੇ ਫਰੈਂਡਲੀ ਸੰਬੰਧ ਰੱਖਦੇ ਆ ਮੀਡੀਆ ਨਾਲ, ਉਹਨਾਂ ਨੂੰ ਬੜਾ ਪਿੱਟੇ। ਉਹ ਕਹਿੰਦੇ ਜੀ ਹੁਣ ਪ੍ਰਗਟ ਸਿੰਘ ਆ ਗਏ ਤਾਂ ਗੱਲ ਕੁਛ ਕਰਨਗੇ, ਤੇ ਪ੍ਰਗਟ ਸਿੰਘ ਨੇ ਵੀ ਕੋਈ ਗੱਲ ਨਹੀਂ ਕੀਤੀ, ਉਹ ਵੀ ਨਿਕਲ ਗਏ। ਪਹਿਲਾ ਮੌਕਾ ਹੈ ਕੱਲ ਪੰਜਾਬ ਭਵਨ ਦੇ ਵਿੱਚ ਜਦੋਂ ਵੱਡੀ ਹਾਈ ਪਾਵਰ ਮੀਟਿੰਗ ਹੋਵੇ, ਜਿਹਦਾ ਪ੍ਰਬੰਧ ਕਰਤਾ ਹੋਵੇ ਕਿ ਮੀਡੀਆ ਨਾਲ ਗੱਲ ਹੋਊ, ਲੇਕਿਨ ਮੀਡੀਆ ਨਾਲ ਗੱਲ ਨਹੀਂ ਹੋਈ। ਇਹਦੇ ਤੋਂ ਰਿਜ਼ਲਟ ਕੀ ਨਿਕਲਦਾ ਹੈ ਜੀ? ਇਹਦੇ ਤੋਂ ਰਿਜ਼ਲਟ ਇਹ ਨਿਕਲਦਾ ਕਿ ਉੱਤੋਂ ਭਾਵੇਂ ਜੋ ਮਰਜ਼ੀ ਕਹੀ ਜਾਣ, ਅੰਦਰੇ ਕੁਛ ਸੁਲਗ ਰਿਹਾ। ਅੱਗ ਹਾਲੇ ਬੁਝੀ ਨਹੀਂ। ਨਾਲ ਇਹ ਗੱਲ ਕਹਿ ਦਿੱਤੀ ਕਿ ਜੋ ਕੁਛ ਹੋਇਆ ਇਹਦੇ ਬਾਰੇ ਕੱਲ ਕਹਿੰਦੇ ਆਲ ਇੰਡੀਆ ਕਾਂਗਰਸ ਕਮੇਟੀ ਆਪਣੇ ਵੱਲੋਂ ਇੱਕ ਪ੍ਰੈਸ ਬਿਆਨ ਜਾਰੀ ਕਰੂਗੀ ਜੀ। ਆਲ ਇੰਡੀਆ ਕਾਂਗਰਸ ਕਮੇਟੀ ਕਰੂਗੀ, ਪੰਜਾਬ ਦਾ ਮਾਮਲਾ ਹੈ। ਇੱਥੋਂ ਵੀ ਪਤਾ ਲੱਗਦਾ ਕਿ ਪੰਜਾਬ ਵਾਲਿਆਂ ਦੇ ਪੱਲੇ ਕੱਖ ਨਹੀਂ ਗਾ ਜੀ। ਲਓ ਜੀ, ਉਹ ਤੋਂ ਬਾਅਦ ਜਿਹੜੀਆਂ ਫਿਰ ਸੂਤਰਾਂ ਦੇ ਹਵਾਲੇ ਨਾਲ ਖਬਰਾਂ ਆਉਣ ਲੱਗੀਆਂ, ਕਹਿੰਦੇ ਜੀ ਗੱਲ ਮੁੱਕ ਗਈ। ਚੰਨੀ ਸਾਹਿਬ ਨੂੰ ਜੋ ਉਹਨਾਂ ਨੇ ਆਪਣੀਆਂ ਗੱਲਾਂ ਕਹੀਆਂ ਨਵਜੋਤ ਸਿੰਘ ਸਿੱਧੂ ਨੇ ਜੀ, ਉਹਦੇ ਵਿੱਚ ਉਹਨਾਂ ਨੇ ਕਿਹਾ ਜੀ ਇੱਕ ਤਾਂ ਜਿਹੜੇ ਹੈਗੇ ਤੁਸੀਂ ਮੰਤਰੀ ਸਰਦਾਰ ਬਣਾਇਆ ਉਹਨੂੰ ਰਾਣਾ ਗੁਰਜੀਤ ਸਿੰਘ ਨੂੰ, ਉਹ ਦਾਗੀ ਆਦਮੀ, ਉਹਨੂੰ ਕਿਉਂ ਬਣਾਇਆ, ਉਹਨੂੰ ਕੱਢੋ। ਉਹ ਕਹਿੰਦਾ ਮੈਂ ਬਣਾਇਆ ਨਹੀਂ, ਮੇਰੇ ਵਾਸਤਾ ਰੋਗ ਨਹੀਂ ਆ, ਦਿੱਲੀ ਵਾਲੇ ਬੈਠੇ ਉਹਨਾਂ ਨਾਲ ਗੱਲ ਕਰ, ਇਹ ਕੱਢ ਲੈਣ। ਦਿੱਲੀ ਵਾਲਿਆਂ ਨੇ ਸਿਰ ਫੇਰਤਾ। ਫਿਰ ਉਹ ਕਹਿੰਦੇ ਜੀ ਜਿਹੜੇ ਆ DGP ਸਾਹਿਬ ਹੈ ਸਹੋਤਾ ਸਾਹਿਬ,
ਇਹ ਡੀਜੀਪੀ ਸਾਹਿਬ ਲਾਏ ਕਿਉਂ, ਇਹਨਾਂ ਨੇ ਤਾਂ ਜੀ ਕਲੀਨ ਚਿੱਟ ਦਿੱਤੀ ਹੈ। ਉਹਨੇ ਪ੍ਰੈਸ ਨੋਟ ਕੱਢ ਕੇ ਦਿਖਾਤਾ, ਉਹ ਕਹਿੰਦੇ ਜੀ ਆਹ ਦੇਖੋ। ਇਹਨਾਂ ਕੋਲ ਤਾਂ 18-20 ਦਿਨ ਸਾਰੀ ਤਫਤੀਸ਼ ਰਹੀ ਹੈ, ਔਰ ਇਹ ਤਫਤੀਸ਼ ਜਿਹੜੀ ਹੈ ਫਿਰ CBI ਕੋਲ ਚਲੀ ਗਈ ਸੀ। ਇਹਨਾਂ ਨੂੰ ਕਿਵੇਂ ਕੱਢ ਗਏ ਜੀ? ਇਹ ਬਣ ਗਏ ਹੈ ਸੀਨੀਅਰਿਟੀ ਦੇ ਆਧਾਰ ਤੇ ਬਣੇ, ਇਹਨਾਂ ਨੂੰ ਬਣਾ ਦਿੱਤਾ, ਐਕਟਿੰਗ ਹੈ ਇਹ। ਉਹ ਤੋਂ ਬਾਅਦ ਉਹਨੇ ਕਹਿੰਦੇ ਇੱਕ ਹੋਰ ਨੇ ਕੱਢ ਕੇ ਦਿਖਾਤਾ ਆਪਣੇ ਵੱਲੋਂ ਜੀ ਕਿ ਅਸੀਂ 2018 ਦੇ ਵਿੱਚ ਗਏ ਸੀ ਬਰਗਾੜੀ। ਹਾਂਜੀ। ਔਰ 2018 'ਚ ਜਿਹੜੇ ਬੰਦੇ ਨਾਲ ਸਾਡੇ ਗਏ ਸੀ ਉਹਦੇ 'ਚ ਉਦੋਂ ਦਾ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਸੀ ਸੁਨੀਲ ਜਾਖੜ ਜੀ। ਅੱਜ ਦਾ ਗ੍ਰਹਿ ਮੰਤਰੀ ਹੈ ਸੁਖਜਿੰਦਰ ਸਿੰਘ ਰੰਧਾਵਾ, ਕਹਿੰਦੇ ਇਹ ਵੀ ਮੇਰੇ ਨਾਲ ਸੀ। ਅਸੀਂ ਜਾ ਕੇ ਪ੍ਰੋਮਿਸ ਕਰਕੇ ਆਏ ਸੀਗੇ ਪੰਜ ਗਰਾਈਆਂ ਵਾਲੇ ਰੁਪਿੰਦਰ ਤੇ ਜਸਵਿੰਦਰ ਦੇ ਨਾਲ, ਉਹਨਾਂ ਦੇ ਪਰਿਵਾਰਾਂ ਨਾਲ, ਕਿ ਤੁਹਾਨੂੰ ਇਨਸਾਫ ਦਵਾਵਾਂਗੇ ਜੀ। ਤੇ ਇਸ ਬੰਦੇ ਨੇ ਤਾਂ ਉਹਨਾਂ ਨੂੰ ਦੋਸ਼ੀ ਬਣਾਇਆ ਸੀ। ਇਹਦੇ ਤੇ ਗੱਲ ਕਰੋ ਤੁਸੀਂ। ਇੱਥੇ ਚੰਨੀ ਸਾਹਿਬ ਕਹਿੰਦੇ ਵੀ ਮੈਨੂੰ ਤਾਂ ਇਹਦਾ ਪਤਾ ਨਹੀਂ। ਫਿਰ ਕਹਿੰਦੇ ਵੀ ਦਿੱਲੀ ਵਾਲੇ ਵੀ ਕਹਿੰਦੇ ਵੀ ਚਲੋ ਕੋਈ ਨਹੀਂ, ਆਪਾਂ ਇਹ ਤੇ ਵਿਚਾਰ ਕਰ ਲੈਣੇ ਜੀ। ਫਿਰ ਆ ਗਈ ਜੀ ਗੱਲ ਆਪਣੇ ਤੇ ਐਡਵੋਕੇਟ ਜਨਰਲ ਤੇ। APS ਦਿਓਲ ਨੂੰ ਬਣਾਇਆ ਜੀ। APS ਦਿਓਲ ਨੇ ਕਹਿੰਦੇ ਕਰਵਾਈ ਹੈ ਤੁਹਾਡੀ ਜ਼ਮਾਨਤ ਕਰਵਾਈ ਹੈ ਸੁਮੇਧ ਸਿੰਘ ਸੈਣੀ ਜੀ, ਕਹਿੰਦੇ ਉਹਦੀ ਜ਼ਮਾਨਤ ਕਰਵਾਈ ਹੈ। ਜ਼ਮਾਨਤ ਕਰਵਾਉਣ ਵਾਲੇ ਦੇ ਜਿਹੜੇ ਹੈਗੇ ਆ ਕਲੈਸ਼ ਆਫ ਇੰਟਰਸਟ ਉਹ ਹੈ। ਇਹਦੇ ਜਿਹੜੇ ਹੈਗੇ ਆ ਮੱਦੇ ਨਜ਼ਰ ਆਪਾਂ ਕਿਵੇਂ ਰੱਖਾਂਗੇ ਜੀ। ਉਹਦੇ ਤੇ ਕੁਛ ਗੱਲਾਂ ਵੀ ਹੈਗੀਆਂ। ਮੇਰੇ ਕੋਲ ਵੀ ਇੱਕ ਇਨਫੋਰਮੇਸ਼ਨ ਆਈ ਪਈ ਹੈ ਕਿ ਜਦੋਂ ਸੁਮੇਧ ਸਿੰਘ ਸੈਣੀ ਨੂੰ ਵਿਜੀਲੈਂਸ ਵਾਲਿਆਂ ਨੇ ਗ੍ਰਿਫਤਾਰ ਕੀਤਾ ਜੀ, ਗ੍ਰਿਫਤਾਰ ਕਰਨ ਤੋਂ ਬਾਅਦ ਉਹਨਾਂ ਨੇ ਬਕਾਇਦਾ ਗ੍ਰਿਫਤਾਰੀ ਪਾ ਕੇ ਤੇ ਸੁਮੇਧ ਸੈਣੀ ਨੂੰ ਲੈ ਕੇ ਗਏ ਅਦਾਲਤ 'ਚ ਮੋਹਾਲੀ ਦੀ 'ਚ। ਉੱਥੇ ਪੇਸ਼ ਕੀਤਾ, ਰਿਮਾਂਡ ਮੰਗਣ ਲੱਗੇ ਜੀ। ਤਾਂ ਰਿਮਾਂਡ ਵੇਲੇ ਉੱਥੇ ਇੱਕ ਵਕੀਲ ਸਾਹਿਬ ਸੀ, ਸ਼ਾਇਦ ਉਹਨਾਂ ਦਾ ਨਾਂ ਧਨੋਆ ਸਾਹਿਬ ਹੈ। ਧਨੋਆ ਸਾਹਿਬ ਨੇ ਅਦਾਲਤ ਨੂੰ ਕਿਹਾ ਜੀ ਇਹਦੇ ਤੇ ਪਾਬੰਦੀ ਲੱਗ ਚੁੱਕੀ ਹੈ ਜੀ। ਕਹਿੰਦੇ ਵੀ ਕਾਹਦੇ ਪਾਬੰਦੀ? ਵੀ ਤੁਸੀਂ ਸਟੇ ਨਹੀਂ ਦੇ ਸਕਦੇ, ਤੁਸੀਂ ਰਿਮਾਂਡ ਨਹੀਂ ਦੇ ਸਕਦੇ। ਮਾਨਯੋਗ ਹਾਈ ਕੋਰਟ ਨੇ ਇਹਦੇ ਤੇ ਬੈਨ ਕਰਤਾ। ਅੱਛਾ ਜੀ। ਵਿਜੀਲੈਂਸ ਵਾਲੇ ਕਹਿੰਦੇ ਜੀ ਇਹਨਾਂ ਦਾ ਬਿਆਨ ਰਿਕਾਰਡ ਕਰ ਲਓ, ਕਿਉਂਕਿ ਵਿਜੀਲੈਂਸ ਵਾਲਿਆਂ ਦੀ ਪੂਰੀ ਨਿਗਾਹ ਸੀ। ਹਾਂ ਬਿਲਕੁਲ। ਕਿ ਅਜੇ ਤੱਕ ਤਾਂ ਜਿਹੜੀ ਐਪਲੀਕੇਸ਼ਨ ਜਿਹੜੀ ਹੈ ਉਹਦੇ ਵਾਸਤੇ ਜੱਜ ਦੀ ਅਲਾਟਮੈਂਟ ਹੀ ਨਹੀਂ ਹੋਈ। ਹਾਂਜੀ ਬਿਲਕੁਲ। ਵੀ ਕਿਹੜੇ ਜੱਜ ਦੇ ਕੇਸ ਲੱਗੂਗਾ, ਲਿਸਟਮੈਂਟ ਕਹਿੰਦੇ ਹੁੰਦੇ, ਲਿਸਟ ਨਹੀਂ ਹੋਇਆ। ਹਾਂ। ਉਹਨਾਂ ਨੇ ਕਿਹਾ ਜੀ ਉਹਦਾ ਕਰ ਲਓ। ਜਦੋਂ ਧਨੋਆ ਸਾਹਿਬ ਨੂੰ ਕਿਹਾ ਜੀ ਆਪਣਾ ਬਿਆਨ ਲਿਖਾਓ, ਉਹ ਕਹਿੰਦਾ ਜੀ ਮੈਂ ਆਪਣੇ ਵੱਲੋਂ ਨਹੀਂ ਕਹਿ ਰਿਹਾ, ਮੇਰੇ ਸੀਨੀਅਰ ਹੈ ਸਰਦਾਰ ਦਿਓਲ ਜੀ, APS ਦਿਓਲ ਸਾਹਿਬ, ਮੈਨੂੰ ਉਹਨਾਂ ਨੇ ਕਿਹਾ, ਉਹਨੇ ਉਹਨਾਂ ਦਾ ਨਾਂ ਲੈਤਾ। ਲਓ ਜੀ, ਹੁਣ ਇੱਕ ਨਵਾਂ ਰਿਕਾਰਡ ਨਿਕਲਿਆ ਜੀ। ਉਹਨਾਂ ਨੇ ਵਿਜੀਲੈਂਸ ਵਾਲਿਆਂ ਨੇ ਇੱਕ ਕੰਟੈਂਪਟ ਪਟੀਸ਼ਨ ਪਾਤੀ ਉਸੇ ਅਦਾਲਤ ਦੇ ਵਿੱਚ ਹੀ ਜੀ। ਉਹ ਕਹਿੰਦੇ ਜੀ ਕੰਟੈਂਪਟ ਪਟੀਸ਼ਨ ਜਿਹੜੀ ਹੈ ਹਾਈ ਕੋਰਟ ਨੂੰ ਭੇਜ ਦਿਓ। ਕਹਿੰਦੇ ਕਿਉਂ? ਉਹ ਕਹਿੰਦੇ ਵੀ ਜਿਹੜੇ ਵਕੀਲ ਸਾਹਿਬ ਨੇ ਕਿਹਾ, ਧਨੋਆ ਸਾਹਿਬ ਨੇ, ਕਿ ਮੈਨੂੰ ਮੇਰੇ ਸੀਨੀਅਰ ਵਕੀਲ ਨੇ ਜਿਹੜੇ ਹਾਈ ਕੋਰਟ ਦੇ ਵਿੱਚ ਇਸ ਮਾਮਲੇ ਨੂੰ ਦੇਖ ਰਹੇ ਹੈ, ਉਹਨਾਂ ਨੇ ਕਿਹਾ ਕਿ ਇਹਦੇ ਤੇ ਬੈਨ ਲਾਤਾ, ਆਪਾਂ ਰਿਮਾਂਡ ਨਹੀਂ ਦੇ ਸਕਦੇ ਜੀ। ਅਸਲ ਦੇ ਵਿੱਚ ਕਹਿੰਦੇ ਜੀ ਸ਼ਾਮ ਨੂੰ 5 ਵਜੇ ਤੋਂ ਬਾਅਦ ਤਾਂ ਉਹਨਾਂ ਦਾ ਜਿਹੜਾ ਹੈਗਾ ਉਹ ਜਿਹੜੇ ਜੱਜ ਸਾਹਿਬ ਸੀ ਉਹਨਾਂ ਨੂੰ ਇਹ ਕੇਸ ਮਾਰਕ ਹੋਇਆ 5 ਵਜੇ ਤੋਂ ਬਾਅਦ। ਤੇ ਜਿਹੜਾ ਤੁਹਾਨੂੰ ਇਹ ਦੁਪਹਿਰੇ ਇਹਨਾਂ ਨੇ ਕਹਿਤਾ ਇਹਦੇ ਤੇ ਗੱਲ ਕਰੋ। ਹੁਣ ਅੱਗੇ ਸਵਾਲ ਕਰਨ ਦੀ ਗੱਲ ਇਹ ਵੀ ਉੱਠ ਪਿਆ ਜੀ। ਉਹ ਕਹਿੰਦੇ ਵੀ ਜਿਹੜਾ ਬੰਦਾ ਆਪਣੇ ਕਲਾਇੰਟ ਨੂੰ ਜੀ ਬਚਾਉਣ ਵਾਸਤੇ ਅਦਾਲਤ ਨੂੰ ਗੁੰਮਰਾਹ ਕਰ ਸਕਦਾ ਹੈ, ਜੇ ਉਹ ਬੰਦਾ ਐਡਵੋਕੇਟ ਜਨਰਲ ਬਣ ਗਿਆ ਤਾਂ ਉਹਦੇ ਖਿਲਾਫ ਜਿਹੜੀ ਕੰਟੈਂਪਟ ਵਾਲੀ ਪਟੀਸ਼ਨ ਪਈ ਹੈ, ਇਹਦਾ ਫਿਰ ਕੀ ਬਣੂਗਾ? ਇਹਦੀ ਪੈਰਵੀ ਫਿਰ ਕੌਣ ਕਰੂਗਾ ਜੀ? ਹੁਣ ਤੁਸੀਂ ਦੇਖ ਲਓ, ਕੋਈ ਪੈਰਵੀ ਕਰ ਸਕਦਾ ਕਿ ਨਹੀਂ ਕਰ ਸਕਦਾ ਉਹਦੇ ਤੇ। ਚਲੋ ਉਹ ਕਹਿੰਦੇ ਜੀ ਦੇਖਦੇ ਹਾਂ। ਹੁਣ ਇਹ ਅੰਦਰੋਂ ਜਿਹੜੀਆਂ ਖਬਰਾਂ ਆ ਰਹੀਆਂ ਜੀ, ਕਹਿੰਦੇ ਇੱਕ 3 ਮੈਂਬਰੀ ਕਮੇਟੀ ਬਣ ਗਈ ਜੀ। ਉਸ ਕਮੇਟੀ ਦਾ ਮੁਖੀ ਹੈਗਾ ਜਿਹੜਾ ਉਹ ਹਰੀਸ਼ ਚੌਧਰੀ ਹੈ, ਰਾਜਸਥਾਨ ਵਾਲਾ ਵਜ਼ੀਰ। ਸਿੱਧੂ ਸਾਹਿਬ ਆਪ ਪਾਤੇ ਉਹਦੇ ਤੇ ਚੰਨੀ ਸਾਹਿਬ ਪਾਤੇ ਜੀ। ਕਹਿੰਦੇ ਵੀ ਇਹ ਕਮੇਟੀ ਜਿਹੜੀ ਹੈਗੀ ਹੈ ਮੈਰਿਟ ਦੇ ਆਧਾਰ ਦੇ ਉੱਤੇ ਸਾਰੇ ਫੈਸਲੇ ਕਰਿਆ ਕਰੂਗੀ। ਵੀ ਕਿਹੜਾ ਫੈਸਲਾ ਕਰਨਾ, ਹਰ ਫੈਸਲੇ ਦੀ ਸਮੀਖਿਆ ਕਮੇਟੀ ਕਰਿਆ ਕਰੂਗੀ। ਸਵਾਲ ਇਹ ਪੈਦਾ ਹੁੰਦਾ ਵੀ ਕੀ ਕਮੇਟੀ ਵੱਲੋਂ ਕੀਤੇ ਹੋਏ ਫੈਸਲੇ ਕੰਸਟੀਟਿਊਸ਼ਨਲ ਹੋਣਗੇ? ਕੀ ਕੰਸਟੀਟਿਊਸ਼ਨ ਇਹਦੀ ਇਜਾਜ਼ਤ ਦਿੰਦਾ? ਮੈਂ ਤੁਹਾਡੇ ਯਾਦ ਕਰਾਉਣਾ ਕਿ ਜਦੋਂ ਕੋਈ ਮੰਤਰੀ, ਮੁੱਖ ਮੰਤਰੀ, ਰਾਸ਼ਟਰਪਤੀ, ਪ੍ਰਧਾਨ ਮੰਤਰੀ ਸਹੁੰ ਚੁੱਕਦਾ ਹੈ, ਉਹ ਸਹੁੰ ਇੱਕ ਨਹੀਂ ਹੁੰਦੀਆਂ, 2 ਸਹੁੰਾਂ ਹੁੰਦੀਆਂ। 2 ਹੁੰਦੀਆਂ, ਇੱਕ ਗੁਪਤ ਦੀ ਤੇ ਇੱਕ ਹੁੰਦੀ ਹੈ ਵੀ ਮੈਂ ਸੰਵਿਧਾਨ ਦੀ ਸਹੁੰ ਖਾਨਾ। ਦੂਜੀ ਹੁੰਦੀ ਹੈ ਕਿ ਮੈਂ ਇਹ ਵੀ ਸਹੁੰ ਖਾਨਾ ਕਿ ਮੈਂ ਕੋਈ ਵੀ ਚੀਜ਼ ਜਿਹੜੀ ਮੇਰੇ ਨੌਲੇਜ ਚ ਆਊਗੀ, ਸੰਬੰਧਿਤ ਮਾਮਲੇ ਬੰਦੇ ਨਾਲ ਸ਼ੇਅਰ ਕੀਤੇ ਤੋਂ ਬਗੈਰ ਮੈਂ ਕਿਸੇ ਨਾਲ ਸ਼ੇਅਰ ਨਹੀਂ ਕਰਦਾ। ਮੈਂ ਕਿਸੇ ਨਾਲ ਦਵੈਸ਼ ਨਹੀਂ ਕਰਦਾ, ਮੈਂ ਕਿਸੇ ਨਾਲ ਰਿਆਇਤ ਨਹੀਂ ਕਰਦਾ। ਹੁਣ ਸਵਾਲ ਇਹ ਹੈ ਕਿ ਇਹ ਕੌਣ ਕਰਦੇ? ਇਹ ਮੰਤਰੀ ਮੰਡਲ ਦੇ ਮੈਂਬਰ ਕਰ ਸਕਦੇ ਆ। ਹੁਣ ਜਿਹੜੀ ਕੋਆਰਡੀਨੇਸ਼ਨ ਕਮੇਟੀ ਬਣੀ, ਉਹ ਕਿੱਥੋਂ ਦੀ? ਨਾਨ ਕਨਸਟੀਟਿਊਸ਼ਨਲ। ਉਹ ਜਿਹੜਾ ਹੈਗਾ ਮੰਤਰੀ ਰਾਜਸਥਾਨ ਦਾ,
ਉਹ ਪੰਜਾਬ ਦੇ ਫੈਸਲੇ ਕਿਵੇਂ ਕਰੂਗਾ? ਪੰਜਾਬ ਦੇ ਮੁੱਖ ਉਹ ਤਾਂ ਮੰਤਰੀ ਪਹਿਲੀ ਗੱਲ ਸੰਵਿਧਾਨ ਦੀ ਸਹੁੰ ਜਿਹੜੀ ਚੱਕੀ ਉਹੀ ਝੂਠੀ ਹੋ ਜਾਣੀ, ਅਨਕਨਸਟੀਟਿਊਸ਼ਨਲ ਦੇ ਵਿੱਚ ਉਹਨੇ ਚੁੱਪਲੀ। ਸਿੱਧੂ ਸਾਹਿਬ ਦੀ ਗੱਲ ਕਰੀਏ, ਉਹ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ, ਉਹਨਾਂ ਨਾਲ ਵੀ ਨਹੀਂ ਹੋ ਸਕਦੀ ਉਹ ਐਮਐਲਏ ਜ਼ਰੂਰ ਆ ਪਰ ਉਹ ਨਹੀਂ। ਕਿਉਂਕਿ ਮੈਨੂੰ ਹੁਣ ਜਿਹੜਾ ਪਤਾ ਲੱਗਿਆ ਕਿ ਜਦੋਂ ਮੀਟਿੰਗ ਹੁੰਦੀ ਹੈ ਨਾ ਮੰਤਰੀ ਮੰਡਲ ਦੀ, ਦੋ ਕਿਸਮ ਦੀਆਂ ਮੀਟਿੰਗਾਂ ਹੁੰਦੀਆਂ ਜੀ। ਇੱਕ ਮੀਟਿੰਗ ਹੁੰਦੀ ਹੈ ਕਿ ਕੈਬਨਿਟ ਦੀ ਮੀਟਿੰਗ, ਉਹਦੇ ਵਿੱਚ ਸਿਰਫ ਕੈਬਨਿਟ ਦੇ ਮੈਂਬਰ ਭਾਗ ਲੈ ਸਕਦੇ, ਹੋਰ ਕੋਈ ਨਹੀਂ ਬਹਿ ਸਕਦਾ। ਇੱਕ ਹੁੰਦੀ ਹੈ ਕਾਉਂਸਲ ਆਫ ਮਿਨਿਸਟਰਸ ਮੀਟਿੰਗ, ਹਾਂਜੀ, ਜਿਹਦੇ ਵਿੱਚ ਰਾਜ ਮੰਤਰੀ ਵੀ ਆ ਜਾਂਦੇ ਤੇ ਡਿਪਟੀ ਮੰਤਰੀ ਵੀ ਆ ਜਾਂਦੇ, ਸਾਰੇ ਆ ਜਾਂਦੇ। ਪੰਜਾਬ ਦੇ ਵਿੱਚ ਤਾਂ ਖੁਰਾ ਇਸ ਵੇਲੇ ਕੋਈ ਹੈ ਨਹੀਂ ਸਟੇਟ ਮਿਨਿਸਟਰ। ਇਹ ਜਿੱਥੇ ਐਡਾ ਵੱਡਾ ਫਰਕ ਹੋਵੇ ਕੰਸਟੀਟਿਊਸ਼ਨ ਦੀ ਉਲੰਘਣਾ ਵਾਲੀ ਗੱਲ ਇਹ ਹੁੰਦੀ ਹੈ ਵੀ ਉਹ ਇਹ ਜਿਹੜੀ ਕੋਆਰਡੀਨੇਸ਼ਨ ਕਮੇਟੀ ਦੀ ਕਿੱਡੀ ਵੱਡੀ ਗੱਲ ਹੈ। ਪਰ ਅਗਲੀ ਗੱਲ ਫੇਰ ਆਉਂਦੀ ਹੈ ਜੀ, ਅਗਲੀ ਗੱਲ ਇਹ ਆ ਰਹੀ ਹੈ ਕਿ ਹੋਊਗਾ ਕੀ, DGP ਰਹਿਣਗੇ ਕਿ ਨਹੀਂ ਰਹਿਣਗੇ। ਉਹਦੇ ਤੇ ਕਹਿੰਦੇ ਵੀ ਸਿੱਧੂ ਸਾਹਿਬ ਦੀ ਈਗੋ ਨੂੰ ਸੈਟੀਸਫਾਈ ਕਰਨ ਵਾਸਤੇ ਉਹਨਾਂ ਨੇ ਇੱਕ ਗੱਲ ਕਰ ਲਈ। ਉਹ ਗੱਲ ਇਹ ਕੀਤੀ ਹੈ ਕਿ ਦੇਰ ਰਾਤ ਇੱਕ 10 IPS ਅਫਸਰਾਂ ਦੀ ਲਿਸਟ UPSC ਨੂੰ ਭੇਜਤੀ। 10 ਦੀ ਭੇਜਤੀ, ਪਹਿਲਾਂ 3 ਦੀ ਭੇਜਦੇ ਸੀ, 10 ਦੀ ਭੇਜਤੀ ਕਿ 10 ਦੇ ਵਿੱਚੋਂ ਜੀ 3 ਬੰਦਿਆਂ ਨੂੰ ਉਹਨਾਂ ਨੇ 3 ਦਾ ਪੈਨਲ ਭੇਜਣਾ ਵਾਪਸ। ਅੱਛਾ, 3 ਦੇ ਵਿੱਚੋਂ ਫਿਰ ਇੱਕ ਦੀ ਚੋਣ ਕਰਨੀ ਹੈ। ਜਿਹੜੇ 10 ਭੇਜੇ ਹੈ, 10 ਦੇ ਵਿੱਚ ਮੌਜੂਦਾ DGP ਕਾਰਜਕਾਰੀ ਜਿਹੜੇ ਸੋਹਤਾ ਸਾਹਿਬ, ਇਹਨਾਂ ਦਾ ਨਾਂ ਵੀ ਭੇਜਤਾ। ਜਿਹੜੇ DGP ਛੁੱਟੀ ਚਲੇ ਗਏ ਹੈ, ਉਹਨਾਂ ਦਾ ਨਾਂ ਵੀ ਭੇਜਤਾ ਤੇ 8 ਹੋਰ ਭੇਜਤੇ। ਵਿੱਚੋਂ ਦੇ ਜਿਹੜੇ ਹੈਗੇ ਚਟੋਪਾਧਿਆ ਸਾਹਿਬ, ਉਹਨਾਂ ਦਾ ਵੀ ਭੇਜਤਾ। ਉਹ ਤਾਂ ਜਾਇ ਨਹੀਂ ਸਕਦਾ, 6 ਮਹੀਨੇ ਤੋਂ ਘੱਟ ਰਹਿ ਗਈ ਉਹਨਾਂ ਦੀ। ਨਹੀਂ, ਉਹ 6 ਰੌਲਾ ਹੀ ਆ ਸੀ। ਅੱਛਾ, ਜਿਹੜਾ ਸਿੱਧੂ ਸਾਹਿਬ ਨੇ ਦਿੱਤਾ ਸੀ ਨਾ ਅਸਤੀਫਾ, ਕਿ 6 ਮਹੀਨੇ ਵਾਲਾ ਜੇ ਕੱਲ ਲਿਸਟ ਨਾ ਜਾਂਦੀ ਤਾਂ ਫਿਰ ਉਹਨਾਂ ਦੇ 6 ਮਹੀਨੇ ਤੋਂ ਘੱਟ ਵਾਲਾ ਸਮਾਂ ਰਹਿ ਗਿਆ ਸੀ। ਕੱਲ ਵਾਲਾ ਦਿਨ ਪਾ ਕੇ 6 ਮਹੀਨੇ ਵਾਲੀ ਗੱਲ ਬਣਦੀ ਹੈ। ਇਹ ਅੱਗੇ UPSC ਨੇ ਦੇਖਣਾ ਹੁਣ ਵੀ ਇਹਨੂੰ ਕੰਸੀਡਰ ਕਰਦੇ ਕਿ ਨਹੀਂ ਕਰਦੀ। ਸੋ ਇੰਨਾ ਕੁ ਮਤਲਬ ਜਿਹੜਾ ਹੈਗਾ ਰਿਲੀਫ ਜਿਹੜੀ ਹੈਗੀ ਸਿੱਧੂ ਸਾਹਿਬ ਨੂੰ ਮਿਲੀ ਹੈ। ਪਰ ਗੱਲ ਇਹ ਹੈ ਕਿ ਰੁੱਸ ਕੇ ਬੈਠਣਾ, 72 ਦਿਨਾਂ ਬਾਅਦ ਅਸਤੀਫਾ ਦੇਣਾ, ਇਹ ਹਾਈ ਕਮਾਂਡ ਵਾਸਤੇ ਜਿਹੜੀ ਹੈ ਵੱਡੀ ਇੱਕ ਪ੍ਰੋਬਲਮ ਆਉਣੀ ਹੈ। ਹੁਣ ਜੇ ਕਹਿੰਦੇ ਜੀ ਹਾਈ ਕਮਾਂਡ ਵਾਲਿਆਂ ਨੇ ਇਹ ਗੱਲ ਕਹੀ ਹੈ ਜੀ ਵੀ ਉਹ ਉਹਨਾਂ ਨੇ ਕਹਿਤਾ ਜੀ ਚੰਨੀ ਸਾਹਿਬ ਨੂੰ ਕਹਿਤਾ ਵੀ ਤੂੰ ਪਟਿਆਲੇ ਨਹੀਂ ਜਾਣਾ, ਤੁਸੀਂ ਇੱਥੇ ਬੁਲਾ ਲਓ। ਪਰ ਜੇ ਹਰੀਸ਼ ਰਾਵ ਤੇ ਇੱਥੇ ਆਇਆ ਵਾ ਤਾਂ ਮੈਨੂੰ ਲੱਗਦੀ ਹੈ ਕਿ ਸਾਰੀ ਪ੍ਰੋਬਲਮ ਅਸਲ ਦੇ ਵਿੱਚ ਇਹਨਾਂ ਦੀ ਹੈ। ਉਹ ਆਪਣੇ ਨਾ ਦਾਨੇ ਵਾਲੀਆਂ ਸਭ ਕੱਲ ਰਹਿੰਦ ਖੁੰਦਾ ਮੁਹੰਮਦ ਮੁਸਤਫਾ ਵੀ ਅੱਗ ਚੱਲੀ ਜਾਂਦਾ। ਹੁਣ ਮੁਹੰਮਦ ਮੁਸਤਫਾ ਨੇ ਕਹਿਤਾ, ਦੇਖੋ ਬਿਆਨ ਪਤਾ ਨਹੀਂ ਕਿਵੇਂ ਅਧਿਕਾਰੀ ਦਿੱਤਾ, ਕਹਿੰਦੇ ਅਗਲੇ ਮੁੱਖ ਮੰਤਰੀ ਜਿਹੜੇ ਨਵਜੋਤ ਸਿੰਘ ਸਿੱਧੂ ਹੋਣਗੇ। ਆਓ ਤਾਂ ਫਿਰ ਉਹਨੂੰ ਕਹੀ ਜਾਂਦਾ ਵੀ ਉਹ ਨਵਜੋਤ ਸਿੰਘ ਸਿੱਧੂ ਹੋਊਗਾ ਮੁੱਖ ਮੰਤਰੀ। ਆਹੀ ਤਾਂ ਚੀਜ਼ ਹੈ, ਇਹੀ ਤਾਂ ਵਿਰੋਧੀ ਆ ਦੇ ਕਿ ਤੁਸੀਂ ਆਪਣਾ ਚਰਨਜੀਤ ਸਿੰਘ ਚੰਨੀ ਨੂੰ ਮੂਹਰੇ ਲਾ ਕੇ ਸਿਰਫ ਤੇ ਸਿਰਫ ਜਿਹੜਾ ਸ਼ਡਿਊਲ ਕਾਸਟ ਭਾਈਚਾਰਾ ਹੈ ਉਹਨਾਂ ਦੀ ਜਿਹੜੀ 32-33% ਵੋਟ ਆ ਪੰਜਾਬ ਦੇ ਵਿੱਚ, ਤਾਂ ਵੋਟ ਬਟੋਰਨ ਦਾ ਥੋੜਾ ਇੱਕ ਹੀਲਾ ਹੈ। ਇਹੀ ਗੱਲ ਤੋਂ ਇਲਜ਼ਾਮ ਲਾਉਂਦੇ। ਪਰ ਇਹ ਜਿਹੜਾ ਹੈਗਾ ਕਹਿੰਦੇ ਸਲਾਹਕਾਰ ਤਾਂ ਸਟ੍ਰੈਟਜਿਸਟ ਹੈ ਜੀ, ਤੇ ਇਹ ਬਿਆਨ ਕਿਹੋ ਜਿਹੇ ਦੇਈ ਜਾਂਦਾ। ਬਾਕੀ ਜਿਹੜੇ 2 ਸਲਾਹਕਾਰ ਸੀ ਉਹ ਤਾਂ ਆਪਣੇ ਆਪ ਹੀ ਲੰਬੇ ਹੋ ਗਏ। ਇਹ ਪਤਾ ਸੀ, ਮਾਲੀ ਹੋਰਾਂ ਨੂੰ ਵੀ ਪਤਾ ਸੀਗਾ ਵੀ ਸਾਡੀ ਇੱਥੇ ਜਿਹੜੀ ਹੈਗੀ ਇਹਨਾਂ ਦੇ ਨਾਲ ਡੱਡਾਂ ਦੀ ਪਸੇਰੀ ਚ ਗੱਡੀ ਸਾਡੀ ਚੱਲਣੀ ਨਹੀਂ, ਆਪਾਂ ਦਾ ਕਿਉਂ ਕਰੀਏ। ਉਹ ਵੀ ਡਾਕਟਰ ਪਿਆਰੇ ਲਾਲ ਵੀ ਪਾਸੇ ਹੋ ਗਏ। ਇਹ ਹੈਗਾ ਇਹਨੂੰ ਅਸਲ ਦੇ ਵਿੱਚ ਅਲਰਜੀ ਹੈ ਨਾ ਵੀ ਮੈਨੂੰ ਕੈਪਟਨ ਨੇ ਮੁੱਖ ਮੰਤਰੀ ਨਹੀਂ ਬਣਾਇਆ ਤਾਂ ਕੈਪਟਨ ਨੂੰ ਕਹਿੰਦਾ ਤੂੰ ਕਦੇ ਕਾਂਗਰਸੀ ਸੀਗਾ। ਜੇ ਉਹ ਕਾਂਗਰਸੀ ਨਹੀਂ ਸੀਗਾ ਤਾਂ ਫਿਰ ਭਾਈ ਉਹ ਮੁੱਖ ਮੰਤਰੀ ਕਿਵੇਂ ਬਣ ਗਿਆ? ਜੇ ਉਹ ਕਾਂਗਰਸੀ ਨਹੀਂ ਸੀ ਤਾਂ ਫਿਰ ਤੂੰ DGP ਕਿਉਂ ਨਹੀਂ ਬਣ ਗਿਆ? ਜੀ ਇਹ ਤਾਂ ਫਿਰ ਆਪਦੀ ਮਰਜ਼ੀ ਕਰ ਰਿਹਾ ਨਾ। ਕਿਉਂਕਿ ਸਵਾਲ ਇੱਥੇ ਵੀ ਆਉਂਦਾ ਵੀ ਜਿਹੜੀ ਰਜ਼ੀਆ ਸੁਲਤਾਨਾ ਨੇ ਵੀ ਅਸਤੀਫਾ ਦਿੱਤਾ ਹੈ, ਉਸ ਅਸਤੀਫੇ ਦਾ ਕੀ ਮਕਸਦ? ਉਹ ਵੀ ਗੱਲਾਂ ਸਾਰੀਆਂ ਆਉਂਦੀਆਂ ਜੀ। ਤੇ ਢਿੱਲੋਂ ਸਾਹਿਬ ਅੱਗੇ ਸੁਪਰੀਮ ਕੋਰਟ ਨੇ ਕਿਹਾ ਕਿ ਜਿਹੜੇ ਹਾਈਵੇਜ਼ ਨੇ ਉਹਨਾਂ ਸਥਾਈ ਤੌਰ ਤੇ ਬੰਦ ਨਹੀਂ ਕੀਤਾ ਜਾ ਸਕਦਾ। ਬੰਦ ਕਿਹਨੇ ਕੀਤਾ? ਬੰਦ ਤਾਂ ਦੇਖੋ ਸੁਪਰੀਮ ਕੋਰਟ ਦਾ ਵੀ ਇਹਦਾ ਜੀ ਕੋਈ ਹਿਸਾਬ ਨਹੀਂ ਲੱਗਦਾ। ਸ਼ੁਰੂ ਦੇ ਵਿੱਚ ਇੱਕ ਪਟੀਸ਼ਨ ਸੁਪਰੀਮ ਕੋਰਟ ਦੇ ਵਿੱਚ ਗਈ ਸੀ ਜੀ। ਉਦੋਂ ਕਿਹਾ ਸੀ ਜੀ ਕਿਸਾਨਾਂ ਨੂੰ ਇੱਥੋਂ ਉਠਾਇਆ ਜਾਵੇ, ਤੇ ਸੁਪਰੀਮ ਕੋਰਟ ਨੇ ਕਿਹਾ ਸੀਗਾ ਕਿ ਸੰਵਿਧਾਨ ਹਰ ਭਾਰਤ ਦੇ ਨਾਗਰਿਕ ਨੂੰ ਪ੍ਰੋਟੈਸਟ ਕਰਨ ਦਾ ਹੱਕ ਦਿੰਦਾ ਹੈ। ਕਿਸਾਨ ਦਿੱਲੀ ਨੂੰ ਆ ਰਹੇ ਸੀ ਜੀ, ਰਾਹ 'ਚ ਰੋਕਿਆ ਕਿਹਨੇ? ਪੁਲਿਸ ਨੇ ਰੋਕਿਆ। ਰੁਕਾਵਟਾਂ ਪੁਲਿਸ ਨੇ ਪਾਈਆਂ, ਦਿੱਲੀ ਪੁਲਿਸ ਨੇ। ਜਿੱਥੇ ਉਹਨਾਂ ਨੂੰ ਥਾਂ ਮਿਲ ਗਿਆ ਉਹ ਬਹਿ ਗਏ। ਉਹ ਤੋਂ ਬਾਅਦ ਜਿਹੜੇ ਹੈਗੇ ਆ ਕਿਸਾਨ ਇੱਕ ਪਾਸੇ ਬੈਠੇ ਸੀ ਜੀ, ਦੂਜੇ ਪਾਸੇ ਪੁਲਿਸ ਨੇ ਨਾਕੇ ਲਾ ਕੇ ਰਾਹ ਰੋਕਤਾ। ਕਿੱਲਾਂ ਪੁਲਿਸ ਨੇ ਠੋਕਤੀਆਂ ਜੀ, ਸੜਕਾਂ ਪੁਲਿਸ ਨੇ ਪੱਟਤੀਆਂ JCB ਮਸ਼ੀਨਾਂ ਦੇ ਨਾਲ। ਇਹ ਸਾਰਾ ਕੁਝ ਉਦੋਂ ਮਾਨਯੋਗ ਸੁਪਰੀਮ ਕੋਰਟ ਨੇ ਇਹ ਗੱਲ ਕਹਿਤੀ ਸੀ। ਹੁਣ ਸੁਪਰੀਮ ਕੋਰਟ ਦੇ ਵਿੱਚ ਇੱਕ ਬੀਬੀ ਹੈ ਮੋਨਕਾ ਅਗਰਵਾਲ ਜੀ, ਉਹਦੀ ਪਟੀਸ਼ਨ ਪਈ ਹੋਈ ਹੈ। ਮੋਨਕਾ ਅਗਰਵਾਲ ਕਹਿੰਦੀ ਹੈ ਕਿ ਜੀ ਜੇ ਮੈਂ ਆਪਣੇ ਘਰੋਂ ਕੰਮ ਵਾਲੀ ਥਾਂ ਤੇ ਜਾਣਾ ਆਪਦੀ ਤੇ, ਜੇ ਮੈਂ ਸਿੱਧੇ ਰਸਤੇ ਜਾਵਾਂ ਤਾਂ ਮੈਂ 20 ਮਿੰਟਾਂ 'ਚ ਜਾ ਸਕਦੀ ਹਾਂ ਜੀ, ਲੇਕਿਨ ਕਿਉਂਕਿ ਕਿਸਾਨਾਂ ਦੀ ਐਜੀਟੇਸ਼ਨ ਦੇ ਚੱਲਦਿਆਂ ਰਾਹ ਬੰਦ ਹੈ ਤੇ ਮੈਨੂੰ ਬੁਲਾਵਾ ਪਾ ਕੇ ਆਉਣਾ ਪੈਂਦਾ ਤੇ ਮੈਨੂੰ ਲੱਗਦੇ 2 ਘੰਟੇ। ਇਸ ਕਰਕੇ ਕਿਸਾਨਾਂ ਨੂੰ ਰੋਕਿਆ ਜਾਵੇ, ਉਹ ਲੰਬੇ ਹਟਾਇਆ ਜਾਵੇ, ਰੋਕਿਆ ਜਾਵੇ, ਇੱਥੋਂ ਇਹਨਾਂ ਨੂੰ ਪਰੇ ਕਰੋ। ਉਹ ਲੰਬੇ ਸਮੇਂ ਤੋਂ ਪੈਂਡਿੰਗ ਪਈ ਹੈ, ਕਈ ਮਹੀਨਿਆਂ ਤੋਂ।
ਕੱਲ੍ਹ ਉਹ ਜਿਹੜੀ ਹੈਗੀ ਸਾਹਮਣੇ ਆ ਗਈ। ਉਹ ਤੋਂ ਪਹਿਲਾਂ ਵੀ ਹਦਾਇਤਾਂ ਕੀਤੀਆਂ ਸੀ ਮਾਨਯੋਗ ਸੁਪਰੀਮ ਕੋਰਟ ਨੇ ਰਾਜਸਥਾਨ ਸਰਕਾਰ ਨੂੰ, ਜੀ, ਹਰਿਆਣਾ ਸਰਕਾਰ ਨੂੰ, ਯੂਪੀ ਸਰਕਾਰ ਨੂੰ ਤੇ ਦਿੱਲੀ ਸਰਕਾਰ ਨੂੰ ਜੀ, ਕਿ ਰਸਤੇ ਖਾਲੀ ਕਰਵਾਉਣ ਵਾਸਤੇ ਜਿਹੜੇ ਹੈਗੇ ਆ ਪ੍ਰਬੰਧ ਕੀਤੇ ਜਾਣ। ਇਹਨਾਂ ਨੇ ਜਿਹੜੀ ਹਰਿਆਣਾ ਸਰਕਾਰ ਹੈ, ਇੱਕ ਕਮੇਟੀ ਬਣਾਤੀ ਸੀ। ਕਮੇਟੀ ਬਣਾ ਕੇ ਉਹਨਾਂ ਨੇ ਗੱਲ ਵੀ ਕੀਤੀ ਕਿਸਾਨਾਂ ਦੇ ਨਾਲ ਕਿ ਜੀ ਆਪਾਂ ਇਹ ਗੱਲ ਕਰ ਰਹੀ ਹੈ, ਕਿਸਾਨਾਂ ਨੇ ਤੁਹਾਡੇ ਵਾਲੀ ਗੱਲ ਕਹਿਤੀ ਜੀ, ਇਸ ਤਰ੍ਹਾਂ ਰੁਕੇ ਨਹੀਂ ਰਹਾ, ਤੁਸੀਂ ਰੁਕੇ ਵੇ। ਮੋਰ ਓਵਰ ਕਿਸਾਨਾਂ ਨੂੰ ਕਹਿੰਦੇ ਜੀ ਸੁਪਰੀਮ ਕੋਰਟ ਦਾ ਹੁਕਮ ਆ, ਕਹਿੰਦੇ ਜੀ ਸੁਪਰੀਮ ਕੋਰਟ ਦੇ ਵਿੱਚ ਇਸ ਤਰ੍ਹਾਂ ਧਿਰੀ ਹੈ ਨਹੀਂ ਗੇ, ਨਾ ਅਸੀਂ ਸੁਪਰੀਮ ਕੋਰਟ ਦੇ ਵਿੱਚ ਕੋਈ ਪਟੀਸ਼ਨ ਦਾਇਰ ਕੀਤੀ ਹੈ, ਨਾ ਕੋਈ ਸਾਨੂੰ ਸੁਪਰੀਮ ਕੋਰਟ ਨੇ ਨੋਟਿਸ ਕੱਢਿਆ। ਅਸੀਂ ਕਾਹਦੀ ਖਾਤਰ, ਤੁਸੀਂ ਆਪਦਾ ਜਿਹੜਾ ਕੁਛ ਕਰਨਾ ਕਰ ਲਓ। ਜਦੋਂ ਕੱਲ੍ਹ ਦੁਬਾਰਾ ਮਾਮਲਾ ਲੱਗਿਆ, ਫਿਰ ਸੁਪਰੀਮ ਕੋਰਟ ਨੇ ਕਿਹਾ ਵੀ ਤੁਸੀਂ ਕੀਤਾ ਕੀ ਹੈ। ਉਹ ਕਹਿੰਦੇ ਜੀ ਸਰਕਾਰੀ ਵਕੀਲ ਜਿਹੜੇ ਸੀ ਤੁਸ਼ਾਰ ਮਹਿਤਾ ਐਂਡ ਇੱਕ ਹੋਰ ਕਹਿੰਦੇ ਜੀ ਅਸੀਂ ਕਿਸਾਨਾਂ ਨਾਲ ਮੀਟਿੰਗ ਕੀਤੀ ਹੈ, ਗੱਲਬਾਤ ਕੀਤੀ ਹੈ, ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਖਾਲੀ ਕਰ ਦਿਓ, ਮੰਨੇ ਨਹੀਂ। ਉੱਥੇ ਅਦਾਲਤ ਥੋੜ੍ਹੀ ਸਖਤ ਹੋਈ। ਅਦਾਲਤ ਨੇ ਕਿਹਾ ਕਿ ਸਾਡਾ ਕੰਮ ਹੈ ਹੁਕਮ ਪਾਸ ਕਰਨਾ, ਇਹਨੂੰ ਲਾਗੂ ਕਰਨਾ ਜਿਹੜਾ ਹੈਗਾ ਉਹ ਕਾਰਜਪਾਲਿਕਾ ਦਾ ਕੰਮ ਹੈ ਜੀ, ਜਾਂ ਉਹ ਵਿਧਾਨ ਪਾਲਿਕਾ ਦਾ ਕੰਮ ਹੈ, ਤੁਹਾਡਾ ਕੰਮ ਹੈ। ਤੁਸੀਂ ਇਹਨੂੰ ਲਾਗੂ ਕਿਉਂ ਨਹੀਂ ਕਰਦੇ? ਜਿਵੇਂ ਮਰਜ਼ੀ ਹੈ ਲਾਗੂ ਕਰੋ, ਸਾਨੂੰ ਨਹੀਂ ਪਤਾ, ਸਾਨੂੰ ਇਹ ਤੇ ਜਵਾਬ ਦਿਓ। ਫਿਰ ਉਹਨਾਂ ਨੇ ਕਹਿ ਦਿੱਤਾ ਜੀ ਹੁਣ ਅਸੀਂ ਜਵਾਬ ਦਈਏ ਕਿ ਜਿਨ੍ਹਾਂ ਨੂੰ ਅਸੀਂ ਉਠਾਉਣਾ, ਜਿਹੜੇ ਉੱਥੇ ਬੰਦੇ ਬੈਠੇ ਹੈ, ਉਹਨਾਂ ਨੂੰ ਤਾਂ ਪਾਰਟੀ ਨਹੀਂ ਬਣਾਇਆ। ਉਹਨਾਂ ਨੇ ਕਿਹਾ, ਮਾਨਯੋਗ ਸੁਪਰੀਮ ਕੋਰਟ ਨੇ ਕਹਿੰਦਾ ਤੁਸੀਂ ਅਰਜ਼ੀ ਦੇ ਦਿਓ, ਆਪਾਂ ਉਹਨਾਂ ਨੂੰ ਪਾਰਟੀ ਬਣਾ ਲੈਣੀ। ਹੁਣ ਉਹਨਾਂ ਨੇ ਅਰਜ਼ੀ ਦੇਣੀ ਹੈ ਜੀ। ਮੇਰਾ ਖਿਆਲ ਹੈ ਅਗਲੀ ਸੁਣਵਾਈ 4 ਅਕਤੂਬਰ ਦੀ ਹੈ। 4 ਅਕਤੂਬਰ ਨੂੰ ਇਹਦੇ 'ਤੇ ਸੁਣਵਾਈ ਹੋਣੀ। ਉਹਨਾਂ ਨੇ ਪਾਰਟੀ ਬਣਾਉਣੀ। ਪਾਰਟੀ ਬਣਾਉਣ ਵਾਲਾ ਸੰਯੁਕਤ ਕਿਸਾਨ ਮੋਰਚਾ ਹੈ। ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਬੱਤੀ ਜਥੇਬੰਦੀਆਂ ਦਾ ਪੰਜਾਬ ਦੀਆਂ, ਕੁੱਲ ਮਿਲਾ ਕੇ ਦੇਖੀ ਤਾਂ ਆਪਾਂ 500 ਜਥੇਬੰਦੀ ਹੈ। ਉਹ ਕਹਿੰਦੇ ਜੀ, ਪਹਿਲਾਂ ਕਿਸੇ ਨੇ ਇਹ ਵੀ ਕਹਿਤਾ, ਇੱਕ ਵਕੀਲ ਨੇ ਕਹਿਤਾ ਜੀ ਕਿਸਾਨ ਵਿੱਚ ਪਾਰਟੀ ਹੈਗੀ। ਉਹ ਕਹਿੰਦੇ ਅਸੀਂ ਨਹੀਂ ਪਾਰਟੀ ਹੈਗੀ। ਜਿਹੜੀ ਪਾਰਟੀ ਹੈ ਕਿਸਾਨ ਪੰਚਾਇਤ, ਕੋਈ ਸਾਡੀ ਤਾਂ ਧਿਰੀ ਨਹੀਂ, ਉਹ ਤਾਂ ਧਿਰੀ ਸਰਕਾਰ ਦੀ ਹੈ। ਜੀ ਜੀ, ਉਹ ਸਰਕਾਰ ਦੀ ਧਿਰਾ ਉਹੀ ਪਟੀਸ਼ਨ ਲੈ ਕੇ ਗਏ, ਸੁਪਰੀਮ ਕੋਰਟ ਕੋਲੇ ਗਏ ਨਹੀਂ। ਸਾਡੀ ਦਾ ਟੇਕ ਸਾਰੀ ਸੰਘਰਸ਼ ਤੇ ਹੈ ਜੀ। ਮਾਨਯੋਗ ਸੁਪਰੀਮ ਕੋਰਟ ਨੇ ਇਹ ਵੀ ਕਿਹਾ, ਅੱਜ ਵੀ ਸ਼ਾਇਦ ਕੋਈ ਕੇਸ ਲੱਗਿਆ ਸੀ, ਕਿ ਜਦੋਂ ਮਾਮਲਾ ਸੁਪਰੀਮ ਕੋਰਟ ਤੇ, ਤੁਸੀਂ ਨਿਆਂਪਾਲਿਕਾ ਦੇ ਉੱਤੇ ਵਿਸ਼ਵਾਸ ਕਿਉਂ ਨਹੀਂ ਕਰਦੇ? ਨਿਆਂਪਾਲਿਕਾ ਦਾ ਫੈਸਲਾ ਉਡੀਕੋ। ਫੈਸਲਾ ਉਡੀਕੋਗੇ ਠੀਕ ਹੈ ਜੀ, ਕਿ ਨਹੀਂ ਫੈਸਲਾ ਉਡੀਕੋਗੇ ਤੇ ਫਿਰ ਇਹਦਾ ਮਤਲਬ ਤੁਹਾਡਾ ਵਿਸ਼ਵਾਸ ਹੈ ਨਹੀਂਗਾ ਜੀ। ਨਿਆਂਪਾਲਿਕਾ ਦੇ ਵਿੱਚ ਕੇਸ ਕਿੰਨੀ ਕੁ ਦੇਰ ਚੱਲੂਗਾ? ਜਿਹੜੀ ਪਹਿਲਾਂ ਨਿਆਂਪਾਲਿਕਾ ਦੇ ਕੋਲੇ ਇੱਕ ਪਟੀਸ਼ਨ ਪਾਈ ਸੀ ਕਿਸੇ ਨੇ, ਉਸ ਪਟੀਸ਼ਨ ਦੇ ਆਧਾਰ ਦੇ ਉੱਤੇ ਮਾਨਯੋਗ ਨਿਆਂਪਾਲਿਕਾ ਨੇ, ਸੁਪਰੀਮ ਕੋਰਟ ਨੇ ਇੱਕ ਕਮੇਟੀ ਬਣਾਤੀ ਸੀ ਜੀ। ਉਸ ਕਮੇਟੀ ਦੇ ਵਿੱਚ ਇੱਕ ਤਾਂ ਆਪਣੇ ਪੰਜਾਬ ਵਾਲੇ ਮਾਨ ਸਾਹਿਬ ਸੀ, ਉਹਨਾਂ ਦਾ ਵਿਰੋਧ ਹੋਇਆ ਤੇ ਉਹਨਾਂ ਨੂੰ ਛੱਡਣਾ ਪੈ ਗਿਆ। ਬਾਕੀ ਕਮੇਟੀ ਦੇ 3 ਮੈਂਬਰ ਹੈਗੇ। ਉਹਨਾਂ ਮੈਂਬਰਾਂ ਨੇ ਆਪਣੀ ਰਿਪੋਰਟ ਮਾਨਯੋਗ ਸੁਪਰੀਮ ਕੋਰਟ ਨੂੰ ਦਿੱਤੀ ਹੋਈ ਹੈ। ਉਹ ਰਿਪੋਰਟ ਹਾਲੇ ਤੱਕ ਉੱਥੇ ਪੈਂਡਿੰਗ ਪਈ ਹੈ। ਉਸ ਰਿਪੋਰਟ ਦੇ ਉੱਤੇ ਅੱਗੇ ਕੋਈ ਕਾਰਵਾਈ ਨਹੀਂ ਹੋਈ, ਕੋਈ ਤਰੀਕ ਨਹੀਂ ਨਿਕਲੀ। ਔਰ ਇਹਦੇ ਨਾਲ ਉਹਨਾਂ ਦੇ ਵਿੱਚੋਂ, ਉਹ ਕਮੇਟੀ ਦੇ ਮੈਂਬਰਾਂ ਦੇ ਵਿੱਚੋਂ ਇੱਕ ਨੇ ਵੀ ਮੰਗ ਕੀਤੀ ਹੈ ਕਿ ਜੀ ਇਹ ਤੇ ਛੇਤੀ ਫੈਸਲਾ ਕੀਤਾ ਜਾਵੇ। ਹੁਣ ਫੈਸਲਾ ਹੁੰਦਾ ਕਿਉਂ ਨਹੀਂ? ਸੁਪਰੀਮ ਕੋਰਟ ਕਿਉਂ ਨਹੀਂ ਉਸ ਕਮੇਟੀ ਦੇ ਉੱਤੇ ਫੈਸਲਾ ਦਿੰਦੀ ਤੇ ਸੁਣਵਾਈ ਕਿਉਂ ਨਹੀਂ ਕਰਦੀ? ਉਹਦਾ ਵੱਡਾ ਕਾਰਨ ਮੈਨੂੰ ਤਾਂ ਇਹ ਲੱਗਦੀ ਹੈ ਕਿ ਸ਼ਾਇਦ ਸਰਕਾਰ ਨੇ ਅੰਦਰ ਖਾਤੇ ਸੁਪਰੀਮ ਕੋਰਟ ਨੂੰ ਬੇਨਤੀ ਕਰਤੀ ਹੋਵੇ ਵੀ ਜੀ ਪੰਗਾ ਨਾ ਲਓ, ਅੱਗੇ ਆਈਆਂ ਚੋਣਾਂ, ਜੇ ਤੁਸੀਂ ਸਾਨੂੰ ਕਹੋਗੇ ਕੋਈ ਪੁੱਠਾ ਸਿੱਧਾ ਫੈਸਲਾ ਕਰਤਾ ਕਿਸਾਨਾਂ ਦੇ ਖਿਲਾਫ, ਅਸੀਂ ਉਹਨਾਂ ਨੂੰ ਉਠਾਉਣ ਵਾਸਤੇ ਵਰਤੀ ਸਖਤੀ, ਤੇ ਉਹ ਸਖਤੀ ਦੇ ਵਿੱਚ ਤਾਂ ਤੁਹਾਨੂੰ ਪਤਾ ਖੂਨ ਤਾਂ ਡੁੱਲੂਗਾ। ਐਵੇਂ ਤਾਂ ਕਿਸਾਨ ਤੁਰਨ ਵਾਲੇ ਹੈ ਨਹੀਂ। ਉਹਨਾਂ ਦੇ ਡਾਂਗਾਂ ਨਾਲ ਸਿਰ ਪਾੜਨੇ ਪੈਣਗੇ, ਜਿਵੇਂ ਕਰਨਾਲ ਪਾੜੇ ਸੀ ਤੇ ਜਿਵੇਂ ਲਾਲ ਕਿਲੇ ਟਾਇਰ ਪਾੜੇ ਸੀ। ਹਾਂ, ਗੋਲੀਆਂ ਵੀ ਚਲਾਉਣੀਆਂ ਪੈਣਗੀਆਂ। ਸਰਕਾਰ ਨੂੰ ਇਹ ਕੁਛ ਕਰਨਾ ਪੈਣਾ ਜੇ ਜਮਾ ਖਾਲੀ ਕਰਾਉਣਾ, ਕਿਉਂਕਿ ਕਿਸਾਨਾਂ ਦਾ ਇੱਕ ਤਹੀਆ ਹੈ, ਉਹਨਾਂ ਦਾ ਇੱਕ ਨਿਰਣਾ ਕਿ ਜਾਂ ਤਾਂ ਜਾਵਾਂਗੇ ਤਾਂ ਜਿੱਤ ਕੇ ਜਾਵਾਂਗੇ, ਕਾਲੇ ਕਾਨੂੰਨਾਂ ਨੂੰ ਰੱਦ ਕਰਾ ਕੇ ਨਹੀਂ ਅਸੀਂ ਐ ਨਹੀਂ ਮੁੜਦੇ। ਸਾਡੀਆਂ ਲਾਸ਼ਾਂ ਜਾਣਗੀਆਂ। ਹੁਣ ਤੱਕ 650 ਬੰਦਾ ਜਿਹੜਾ ਸ਼ਹੀਦ ਹੋ ਚੁੱਕਾ। ਠੀਕ ਹੈ, ਬਾਕੀ ਉਹ ਕਹਿੰਦੇ ਅਸੀਂ ਮਰਨ ਨੂੰ ਤਿਆਰ ਬੈਠੇ ਹਾਂ, ਜੋ ਮਰਜ਼ੀ ਹੈ ਕਰ ਲਓ, ਅਸੀਂ ਜਾਣਾ ਨਹੀਂ। ਇਸ ਕਰਕੇ ਸਰਕਾਰ ਦੇ ਮੂੰਹ ਦੇ ਵਿੱਚ ਕੋੜ ਕਰ ਲਈ ਵੀ ਸਰਕਾਰ ਕਰੇ ਤਾਂ ਕਰੇ ਕੀ। ਉਧਰੋਂ ਦੂਜੇ ਪਾਸੇ ਜਿਹੜੀਆਂ ਕੁਛ ਤਾਕਤਾਂ ਇਸ ਕਿਸਮ ਦੀਆਂ, ਉਹ ਕਦੇ ਕਿਸੇ ਦਾ, ਕਦੇ ਕਿਸਾਨਾਂ ਦਾ ਨਾਂ ਇਸਤੇਮਾਲ ਕਰਦੀਆਂ, ਕਦੇ ਬੀਬੀ ਮੋਨਕਾ ਅਗਰਵਾਲ, ਆਪਾਂ ਉਹਦੀ ਇੱਜ਼ਤ ਕਰਦੇ ਹਾਂ, ਸਤਿਕਾਰ ਕਰਦੇ ਹਾਂ, ਚਲੋ ਕੰਮਕਾਜੀ ਬੀਬੀ ਹੈ ਜੀ, ਪਰ ਦਾਨੇ ਵਾਲੀ ਸਾਹਿਬ ਵੀ ਜਿਹੜਾ ਕੰਮਕਾਜ ਵਾਲਾ ਬੰਦਾ ਹੋਵੇ, ਜਿਹੜਾ ਤਨਖਾਹਦਾਰ ਬੰਦਾ ਹੋਵੇ, ਉਹ ਸੁਪਰੀਮ ਕੋਰਟ ਦੇ ਵਿੱਚ ਵਕੀਲ ਕਰਕੇ ਕੇਸ ਲੜ ਲੂਗਾ? ਨਾ ਸਰਦਾਰ, ਆਪਾਂ ਨੂੰ ਮਾਮੂਲੀ ਜਿਹਾ ਰਫੜਾ ਪੈ ਜੇ, ਆਪਾਂ ਭਾਲਦੇ ਕੋਈ ਜਾਣ ਪਛਾਣ ਵਾਲਾ ਮਿਲ ਜੇ, ਨਹੀਂ ਤਾਂ 4-4 5-5 ਲੱਖ ਦਾ ਬਠਿੰਡੇ ਦੇ ਵਕੀਲ ਲਈ ਜਾਂਦੇ। ਆਪਣੀ ਅਪਰੋਚ ਵੀ ਹੁੰਦੀ ਹੈ ਵੀ ਕਾਗਜ਼ਾਂ ਪੱਤਰਾਂ ਨਾਲ ਦੇ ਖਰਚੇ ਨਾਲ ਸਰਜੇ ਦਾ ਸਰਜੇ। ਜਿਹੜੇ ਚੰਗੇ ਵਕੀਲ ਆ ਉਹ 5-5 ਲੱਖ ਰੁਪਏ ਤੋਂ ਘੱਟ ਨਹੀਂ ਲੈਂਦੇ। ਨਹੀਂ ਆਉਂਦੇ। ਹੁਣ ਇੱਕ ਕੰਮਕਾਜੀ ਔਰਤ 5 ਲੱਖ ਰੁਪਇਆ ਕਿੱਥੋਂ ਦੇਊਗੀ? ਸੋ ਜੋ ਇਹ ਸੁਪਰੀਮ ਕੋਰਟ ਦੀ ਜਿਹੜੀ ਸਖਤੀ ਵਾਲੀ ਗੱਲ ਆਈ ਹੈ ਕਿ ਜੀ ਇਹ ਠੀਕ ਹੈ, ਤੁਹਾਨੂੰ ਹੱਕ ਹਕੂਕ ਹੈਗੇ ਆ, ਅਧਿਕਾਰ ਹੈਗੇ ਆ, ਤੇ ਤੁਸੀਂ ਸਾਰੇ ਹਾਈਵੇਜ਼ ਥੋੜਾ ਰੋਕ ਸਕਦੇ ਹੋ। ਇਹ ਤਾਂ ਜੀ ਸਰਕਾਰ ਨੂੰ ਪੁੱਛੋ ਤੁਸੀਂ। ਸਰਕਾਰ ਨੇ ਕਾਲੇ ਕਾਨੂੰਨ ਕਿਉਂ ਬਣਾਏ? ਇਹ ਅਸਲ ਦੇ ਵਿੱਚ ਜਿਹੜੇ ਕਾਲੇ ਕਾਨੂੰਨ ਸਰਕਾਰ ਨੇ ਬਣਾਏ ਹੈ, ਇਹ ਤਾਂ ਕਿਸਾਨਾਂ ਦਾ, ਆਪਣਾ ਰਾਜਾਂ ਦਾ ਅਧਿਕਾਰ ਹੈ। ਬਿਲਕੁਲ ਸਟੇਟ ਸਬਜੈਕਟ ਹੈ। ਸਟੇਟ ਸਬਜੈਕਟ ਨੂੰ ਜਿਹੜਾ ਹੈਗਾ ਸਾਂਝੀ ਸੂਚੀ ਦਾ ਸਬਜੈਕਟ ਬਣਾਉਣ ਵਾਸਤੇ, ਸਾਂਝੀ ਸੂਚੀ 'ਚ ਪਾਉਣ ਵਾਸਤੇ
ਜਿਹੜਾ ਹੈ ਜਿਹਨੂੰ ਆਪਾਂ ਕਹਿ ਸਕਦੇ ਹਾਂ ਰਾ ਮਟੀਰੀਅਲ, ਜੀ। ਅਸੀਂ ਤਾਂ ਕਣਕ ਪੈਦਾ ਕਰਦੇ ਹਾਂ, ਅਸੀਂ ਆਟਾ ਪੈਦਾ ਨਹੀਂ ਕਰਦੇ। ਉਹਨੂੰ ਕਮਰਸ ਵਾਲੇ ਪਾਸੇ, ਵਪਾਰ ਵਾਲੇ ਪਾਸੇ ਲੈ ਕੇ ਆਏ। ਜੀ ਵਪਾਰ ਵਾਲੇ ਪਾਸੇ ਪਾਉਣ ਦੇ ਵਿੱਚ ਕਸੂਰ ਸਰਕਾਰ ਦਾ ਹੈ। ਗੱਲ ਸਰਕਾਰ ਨਾਲ ਕਰੋ ਤੁਸੀਂ ਜੀ। ਵੀ ਸਰਕਾਰ ਨੇ ਜਿਹੜੇ ਕਾਲੇ ਕਾਨੂੰਨ ਬਣਾਏ ਕਿਉਂ ਬਣਾਏ। ਮੋਰ ਓਵਰ ਕੱਲੀ ਪੰਜਾਬ ਦੀ ਗੱਲ ਛੱਡ ਦਿਓ ਜੀ, ਧਾਰਾ 370 ਤੋੜਤੀ। ਧਾਰਾ 370 ਤੋੜਨ ਵਾਲੇ ਹੁਕਮ ਨੂੰ ਚੁਣੌਤੀ ਦਿੱਤੀ ਹੋਈ ਹੈ ਜੀ। ਉਹ ਚੁਣੌਤੀ ਕਿੱਦਾਂ ਦੀ ਪਈ ਹੈ ਉਹਨੂੰ ਨਹੀਂ ਸੁਪਰੀਮ ਕੋਰਟ 'ਚ ਕੋਈ ਖੋਲਦਾ। ਜਿੱਥੇ ਸਰਕਾਰ ਨੂੰ ਕੋਈ ਮਾੜਾ ਮੋਟਾ ਸੇਕ ਲੱਗਦਾ ਉਹ ਖੁੱਲਦੀ ਨਹੀਂ। ਬਾਕੀ ਤਾਂ ਮੈਂ ਟਿੱਪਣੀਆਂ ਵੀ ਕਰੀ ਜਾਂਦੀਆਂ, ਅਦਾਲਤਾਂ ਕਹਿ ਦਿੰਦੀਆਂ। ਚਲੋ ਅਸੀਂ ਸਤਿਕਾਰ ਕਰਦੇ ਹਾਂ ਅਦਾਲਤਾਂ ਦਾ, ਪਰ ਕਿਵੇਂ ਜਿਵੇਂ ਆਦੇ ਹੁੰਦੇ ਨਾ ਵੀ ਇੱਕ ਅੱਖ ਨਾਲ ਹੀ ਦੇਖਣਾ ਚਾਹੀਦਾ ਸਾਰਿਆਂ ਨੂੰ ਜੀ। ਸੋ ਇੱਕ ਮੈਂ ਬ੍ਰੇਕ 2 ਐਡ ਚਲਾਉਣਾ ਜੀ, ਤੇ ਐਡ ਤੋਂ ਬਾਅਦ ਫੇਰ ਸਰਦਾਰ ਢਿੱਲੋਂ ਹੋਰਾਂ ਨਾਲ ਇੱਕ ਹੋਰ ਖਬਰ ਦੇ ਉੱਤੇ ਟਰੱਕ ਚਰਚਾ ਚਲਾਉਣਾ ਸਿੱਖ ਕੇ ਕਰੋ ਕਮਾਈਆਂ। 2020 CDL ਡਰਾਈਵਿੰਗ ਸਕੂਲ ਫਰੈਡਰਿਕਸਬਰਗ ਵਰਜੀਨੀਆ ਵਿਖੇ, ਜਿੱਥੇ CDL ਕਲਾਸ A, B ਤੇ P ਦੀ ਟ੍ਰੇਨਿੰਗ ਕਾਰਸ, ਬੱਸਿਸ, ਬਾਕਸ ਟਰੱਕ, ਕਮਰਸ਼ੀਅਲ ਟਰੈਕਟਰ ਟ੍ਰੇਲਰ ਵੀ ਚਲਾਉਣੇ ਸਿਖਾਏ ਜਾਂਦੇ ਨੇ। ਇੱਥੇ ਨਾ ਸਿਰਫ ਪੰਜਾਬੀ, ਹਿੰਦੀ, ਅੰਗਰੇਜ਼ੀ, ਉਰਦੂ ਤੇ ਸਪੈਨਿਸ਼ ਵਿੱਚ ਗੱਲਬਾਤ ਕਰਨ ਦੀ ਸਹੂਲਤ ਹੈ, ਸਗੋਂ ਰਿਹਾਇਸ਼ ਦਾ ਵੀ ਪ੍ਰਬੰਧ ਹੈ। ਅੱਜ ਹੀ ਸੰਪਰਕ ਕਰੋ ਸਨੀ ਨੂੰ 540 656 0985 ਤੇ। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 3606526066। ਇਹ 2 ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661 797 2354। ਉਹ ਯਾਰ ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ? ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ। ਜੀ ਹਾਂ, ਡ੍ਰੀਮਲਾਈਨਰ ਐਕਸਪ੍ਰੈਸ ਕੰਪਨੀ ਕੈਲਗਰੀ ਅਲਬਰਟਾ ਕੈਨੇਡਾ, ਜਿਨ੍ਹਾਂ ਨੂੰ ਸਾਫ਼ ਸੁਥਰੇ ਰਿਕਾਰਡ ਤੇ 2 ਸਾਲਾ ਤਜਰਬੇ ਵਾਲੇ ਡਰਾਈਵਰਸ ਦੀ ਲੋੜ ਹੈ। ਇਹਨਾਂ ਕੋਲ ਕੈਲਗਰੀ ਅਲਬਰਟਾ ਤੋਂ ਕੈਲੀਫੋਰਨੀਆ ਤੇ ਐਰੀਜ਼ੋਨਾ ਦੇ ਸਿੱਧੇ ਰਨ। ਇਹਨਾਂ ਕੋਲ ਡਰਾਈ ਤੇ ਰੀਫਰ ਲੋਡ ਵੀ ਹੈ। ਹੋਮ ਰਿਟਰਨ ਵਿਦਿਨ 5 ਡੇਜ਼, ਬਾਈ ਵੀਕਲੀ ਤੇ ਚੰਗੀ ਤਨਖਾਹ ਦਿੰਦੇ ਆ। ਔਰ ਹਾਂ, ਸਿੰਗਲ ਤੇ ਟੀਮਸ ਦੋਨਾਂ ਨੂੰ ਹਾਇਰ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ 403 404 9501 403 404 9501। ਡ੍ਰੀਮਲਾਈਨਰ ਐਕਸਪ੍ਰੈਸ ਕੰਪਨੀ ਕੈਲਗਰੀ ਅਲਬਰਟਾ ਕੈਨੇਡਾ। ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨ੍ਹਈਆਜ਼ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ। ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 855600 2064 ਅਤੇ 8556 02071। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਨੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, the one stop shop। 5196220660 ਜਾਂ quicktrucklube.com। QTL, because we care। ਸੋ ਢਿੱਲੋਂ ਸਾਹਿਬ, ਮੈਂ ਥੋੜਾ ਤਕਨੀਕੀ ਕਰਕੇ ਮੈਂ ਬ੍ਰੇਕ ਲਈ ਸੀਗੀ ਵਿਚਾਲੇ। ਕੈਪਟਨ ਅਮਰਿੰਦਰ ਸਿੰਘ ਨੇ ਇਹ ਗੱਲ ਕਹੀ ਹੈ ਕਿ ਮੈਂ ਕਾਂਗਰਸ ਪਾਰਟੀ ਛੱਡਾਂਗਾ। ਚਰਚਾਵਾਂ ਜਿਹੜੀਆਂ ਨੇ ਅਫੀਸ਼ੀਅਲ ਤੌਰ ਦੇ ਉੱਤੇ ਤਾਂ ਕੋਈ ਹਜੇ ਤੱਕ ਗੱਲ ਨਹੀਂ ਆਈ, ਪਰ ਕਹਿੰਦੇ ਕਿ ਇੱਕ ਪਾਰਟੀ ਆਪਦੀ ਖੜੀ ਕਰਨ ਦੀ ਗੱਲ ਹੋ ਰਹੀ ਹੈ। ਨਹੀਂ, ਉਹ ਤਾਂ ਉਹਨੇ ਕਹਿ ਹੀ ਦਿੱਤਾ ਸੀ। ਪਰਸੋਂ ਚੌਥੇ ਦੀ ਖਬਰ ਚੱਲੀ ਜਾਂਦੀ ਹੈ ਕਿ ਉਹ BJP ਜੁਆਇਨ ਕਰੂਗਾ। ਕੈਪਟਨ ਅਮਰਿੰਦਰ ਸਿੰਘ ਨੇ ਅਮਿਤ ਸ਼ਾਹ ਨਾਲ ਮੀਟਿੰਗ ਕੀਤੀ ਹੈ ਜੀ। 2 ਰਾਜਨੀਤਿਕ ਬੰਦੇ ਇਕੱਠੇ ਹੋਏ। ਅਮਿਤ ਸ਼ਾਹ ਨਾਲ ਉਹਨਾਂ ਨੇ ਹੋਰ ਤਾਂ ਕੀ ਗੱਲ ਕਰਨੀ ਹੈ, ਉਹ ਰਾਜਨੀਤਿਕ ਗੱਲਾਂ ਹੀ ਕੀਤੀਆਂ ਹੋਣਗੀਆਂ। ਪਹਿਲਾਂ ਜਦੋਂ ਅਮਰਿੰਦਰ ਸਿੰਘ ਇੱਥੇ ਤੁਰਿਆ, ਖਬਰ ਉਸ ਵੇਲੇ ਚੱਲ ਪਈ ਸੀ ਕਿ ਅਮਰਿੰਦਰ ਸਿੰਘ ਦਿੱਲੀ ਨੂੰ ਚੱਲੇ ਤੇ ਅਮਿਤ ਸ਼ਾਹ ਨਾਲ ਗੱਲ ਕਰਨਗੇ, ਨੱਡਾ ਸਾਹਿਬ ਨਾਲ ਗੱਲ ਕਰਨਗੇ ਜੀ, ਪ੍ਰਧਾਨ ਮੰਤਰੀ ਨਾਲ ਵੀ ਗੱਲ ਕਰਨਗੇ, ਤੇ ਇਹ ਵੀ ਗੱਲ ਚਲਾਤੀ ਸੀ ਕਿ ਸ਼ਾਇਦ ਉਹ BJP ਜੁਆਇਨ ਕਰੇ ਜੀ। ਲੇਕਿਨ ਅਮਰਿੰਦਰ ਸਿੰਘ ਉਦੋਂ ਬੋਲਿਆ ਨਹੀਂ। ਜਦੋਂ ਇਹ ਖਬਰ ਆ ਗਈ ਕਿ ਮਿਸਟਰ ਨਵਜੋਤ ਸਿੰਘ ਸਿੱਧੂ ਨੇ ਅਸਤੀਫਾ ਦੇ ਦਿੱਤਾ, ਤੇ ਉਸ ਵੇਲੇ ਰਵੀਨ ਠੁਕਰਾਲ ਜਿਹੜੇ ਕੈਪਟਨ ਸਾਹਿਬ ਦੇ ਸਾਬਕਾ ਮੀਡੀਆ ਐਡਵਾਈਜ਼ਰ ਹੈ ਜੀ, ਉਹਨਾਂ ਨੇ ਟਵੀਟ ਕਰ ਦਿੱਤਾ ਕਿ ਨਹੀਂ ਕੈਪਟਨ ਅਮਰਿੰਦਰ ਸਿੰਘ ਤਾਂ ਆਪਣੇ ਪ੍ਰਾਈਵੇਟ ਕੰਮ ਗਏ ਆ, ਇਹ ਕਿਸੇ ਵੀ ਪੋਲੀਟੀਕਲ ਬੰਦੇ ਨੂੰ ਨਹੀਂ ਮਿਲਣਗੇ। ਅਮਰਿੰਦਰ ਸਿੰਘ ਹੋਰੀ ਦਿੱਲੀ ਹਵਾਈ ਅੱਡੇ ਤੇ ਉਤਰਦੇ ਆ, ਉੱਥੇ ਪੱਤਰਕਾਰ ਪੁੱਛਦੇ ਆ, ਉੱਥੇ ਵੀ ਇਹਨਾਂ ਨੇ ਇਹੀ ਗੱਲ ਕਹੀ।
ਲੇਕਿਨ ਅਗਲੇ ਦਿਨ ਚੁੱਪ ਕਰਕੇ ਸ਼ਾਮ ਨੂੰ ਉਹ ਅਮਿਤ ਸ਼ਾਹ ਦੇ ਘਰੇ ਚਲੇ ਜਾਂਦੇ ਜੀ। ਅਮਿਤ ਸ਼ਾਹ ਦੇ ਘਰੇ ਘੰਟਾ ਗੱਲ ਹੁੰਦੀ ਹੈ ਉਹਨਾਂ ਦੀ। ਘੰਟੇ ਤੋਂ ਬਾਅਦ ਉਹ ਬਾਹਰ ਆ ਜਾਂਦੇ ਆ, ਕਹਿੰਦੇ ਜੀ ਕੋਈ ਗੱਲ ਨਹੀਂ ਹੋਈ, ਮੈਂ ਤਾਂ ਪੰਜਾਬ ਦੇ ਕਿਸਾਨਾਂ ਬਾਰੇ ਗੱਲ ਕੀਤੀ ਹੈ, ਭਾਰਤ ਦੇ ਕਿਸਾਨਾਂ ਬਾਰੇ ਗੱਲ ਕੀਤੀ ਹੈ ਕਿ ਜੀ ਇਹ ਤਾਂ ਇੱਕ ਬਹੁਤ ਵੱਡੀ ਪ੍ਰੋਬਲਮ ਖੜੀ ਹੋ ਜਾਣੀ ਹੈ, ਲਾ ਐਂਡ ਆਰਡਰ ਦੀ ਪ੍ਰੋਬਲਮ ਖੜੀ, ਹੋਰ ਕੌਮਾਂਤਰੀ ਤਾਕਤਾਂ ਇਹਦਾ ਫਾਇਦਾ ਉਠਾਉਣਗੀਆਂ। ਜੀ ਜੀ। ਇੱਥੇ ਡਰੋਨਾਂ ਦੇ ਰਾਹੀਂ ਨਸ਼ੇ ਆ ਰਹੇ ਆ ਵਗੈਰਾ ਵਗੈਰਾ, ਹਥਿਆਰ ਬੜਾ ਕੁਝ ਕਿਹਾ। ਉਹ ਉਹਨਾਂ ਨੇ ਕਿਹਾ, ਕਹਿੰਦੇ ਸਾਡਾ ਕੋਈ ਇਰਾਦਾ ਨਹੀਂ। ਉੱਥੇ ਗੱਲ ਕਹਿਤੀ, ਪੋਲੀਟੀਕਲ ਗੱਲ ਨਹੀਂ ਹੋਈ। ਜਦੋਂ ਕੈਪਟਨ ਸਾਹਿਬ ਤੁਰਦੇ ਆ ਦਿੱਲੀ ਤੋਂ, ਉਦੋਂ ਉਹਨਾਂ ਨੇ ਕਹਿ ਦਿੱਤਾ ਜੀ ਅਸੀਂ ਆਪਣੀ ਜਿਹੜੀ ਹੈਗੀ ਕਾਂਗਰਸ ਪਾਰਟੀ ਨੂੰ ਛੱਡਣ ਦੀ ਜਿਹੜੀ ਹੈ ਮਨਸ਼ਾ ਹੈ ਉਹ ਜ਼ਾਹਰ ਕਰਤੀ ਕਿ ਮੈਂ ਫੈਸਲਾ ਕਰ ਲਿਆ, ਮੈਂ ਕਾਂਗਰਸ ਪਾਰਟੀ ਦੇ ਵਿੱਚ ਨਹੀਂ ਰਹਿਣਾ ਜੀ। ਔਰ ਉਹਨਾਂ ਨੇ ਕਾਰਨ ਕਿਹਾ ਕਿ ਮੈਨੂੰ ਹਿਊਮਿਲੇਟ ਕੀਤਾ, ਮੈਨੂੰ ਜਲੀਲ ਕੀਤਾ, 52 ਸਾਲ ਦਾ ਮੇਰਾ ਰਾਜਸੀ ਜੀਵਨ ਹੈ, ਐਡਾ ਵੱਡਾ ਜਿਹੜਾ ਮੇਰੇ ਨਾਲ ਧੱਕਾ ਕੀਤਾ, ਧਰੋਹ ਕੀਤਾ, ਮੇਰਾ ਵਿਸ਼ਵਾਸ ਤੋੜਿਆ, ਮੇਰਾ ਹੁਣ ਇਸ ਕਾਂਗਰਸ ਪਾਰਟੀ 'ਚ ਰਹਿਣ ਦਾ ਹੱਜ ਹੀ ਕੋਈ ਨਹੀਂ ਜੀ। ਔਰ ਉਹਨਾਂ ਨੇ ਨਾਲ ਕਿਹਾ ਕਿ ਮੈਂ ਕਾਂਗਰਸ ਪਾਰਟੀ ਵੀ ਜੁਆਇਨ ਨਹੀਂ ਕਰਦਾ। ਕੱਲ ਉਹਨਾਂ ਨੇ ਇੱਕ ਵਾਰੀ ਨਹੀਂ ਕਿਹਾ, ਇਹ ਗੱਲ 2 ਵਾਰੀ ਕਹੀ। 2 ਵਾਰੀ ਕਹੀ, ਹਾਂਜੀ। ਪਹਿਲਾਂ ਦਿੱਲੀ ਕਹੀ ਤੇ ਫਿਰ ਜਦੋਂ ਉਹ ਚੰਡੀਗੜ੍ਹ ਹਵਾਈ ਅੱਡੇ ਤੇ ਆਉਂਦੇ ਉੱਥੇ ਵੀ ਉਹਨਾਂ ਨੇ ਇਹੀ ਗੱਲ ਕਹੀ ਕਿ ਮੈਂ ਕਾਂਗਰਸ ਪਾਰਟੀ ਛੱਡ ਰਿਹਾ, ਬੀਜੇਪੀ ਮੈਂ ਜੁਆਇਨ ਨਹੀਂ ਕਰ ਰਿਹਾ। ਸਿਆਸਤ ਦੇ ਵਿੱਚ ਮੈਂ ਹੈਗਾ ਜੀ, ਮੈਂ ਸਰਗਰਮ ਹਾਂ। ਤਾਂ ਫਿਰ ਸਿੱਧੀ ਪੱਧਰੀ ਗੱਲ, ਪਾਰਟੀ ਤਾਂ ਆਪਦੀ ਬਣਾਊਗਾ। ਹਾਂ, ਹੋਰ ਕੀ ਹੈ। ਨਾਲ ਇਹਦੇ 'ਚ ਇੱਕ ਨਵੀਂ ਅਪਡੇਟ ਇਹ ਆ ਗਈ ਕਿ ਅੱਜ ਢੀਂਡਸਾ ਸਾਹਿਬ ਦਾ ਬਿਆਨ ਵੀ ਆ ਗਿਆ ਜੀ। ਸਰਦਾਰ ਸੁਖਦੇਵ ਸਿੰਘ ਢੀਂਡਸਾ ਨੇ ਕਹਿ ਦਿੱਤਾ ਕਿ ਜੇ ਕੈਪਟਨ ਅਮਰਿੰਦਰ ਸਿੰਘ ਆਪ ਦੀ ਇੱਕ ਰੀਜਨਲ ਪਾਰਟੀ ਬਣਾਉਂਦਾ ਹੈ ਤਾਂ ਅਸੀਂ ਉਹਨਾਂ ਨਾਲ ਕਾਂਗਰਸ ਪਾਰਟੀ ਛੱਡਦੇ ਤਾਂ ਸਾਨੂੰ ਵੀ ਉਹਨਾਂ ਦੇ ਨਾਲ ਤੁਰਨ ਤੋਂ ਕੋਈ ਇਤਰਾਜ਼ ਨਹੀਂ ਹੋ ਸਕਦਾ। ਕਹਿੰਦੇ ਵੀ ਅਜੇ ਤੱਕ ਫੈਸਲਾ ਨਹੀਂ ਕੀਤਾ, ਅਸੀਂ ਆਪਣੇ ਬੰਦਿਆਂ ਨਾਲ ਰਹਿ ਕਰਾਂਗੇ, ਕੈਪਟਨ ਆਪਦੇ ਬੰਦਿਆਂ ਨਾਲ ਰਹਿ ਕਰੂ, ਅਸੀਂ ਆਪਣੇ ਬੰਦਿਆਂ ਨਾਲ ਰਹਿ ਕਰਾਂਗੇ। ਉਹ ਤੋਂ ਰਹਿ ਕਰਨ ਤੋਂ ਬਾਅਦ ਅਸੀਂ ਜਿਹੜਾ, ਪਰ ਲੇਕਿਨ ਕਿਸਾਨਾਂ ਦੇ ਮੁੱਦੇ ਦੇ ਉੱਤੇ ਉਹ ਕਹਿੰਦੇ ਵੀ ਭਾਵੇਂ ਉਹ ਬੀਜੇਪੀ ਵਾਲੇ ਹੋਵੇ, ਕੋਈ ਵੀ ਹੋਵੇ, ਅਸੀਂ ਹਰ ਇੱਕ ਦੇ ਨਾਲ ਜਿਹੜਾ ਕਿਸਾਨਾਂ ਦਾ ਮਾਮਲਾ ਨਿਪਟਾਉਣਾ ਚਾਹੂਗਾ। ਦਾਨੇਵਾਲੀਆ ਸਾਹਿਬ, ਸਿੱਧੀ ਪੱਧਰੀ ਗੱਲ ਇਹ ਹੈ ਕਿ ਇਹ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਪਤਾ ਵੀ ਭਾਰਤੀ ਜਨਤਾ ਪਾਰਟੀ ਜੁਆਇਨ ਕਰਕੇ ਪੰਜਾਬ 'ਚ ਹੱਥ ਪੱਲੇ ਨਹੀਂ ਆਉਣਾ, ਕੁਝ ਨਹੀਂ ਆਉਂਦਾ। ਜੇ ਆਪ ਇਕੱਠਾ ਹੋ ਗਿਆ ਤਾਂ ਸ਼ਾਇਦ ਕੋਈ 2-4 ਵੋਟਾਂ ਪੈ ਜਾਣ। ਹਾਂ। ਤੇ ਉਹ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਕੋਲੇ ਜਿਹੜਾ ਪੰਜਾਬ 'ਚ ਕੋਈ ਲੀਡਰ ਨਹੀਂ, ਭਾਰਤੀ ਜਨਤਾ ਪਾਰਟੀ ਚਾਹੁੰਦੀ ਹੈ ਕਿ ਸਾਨੂੰ ਕੋਈ ਨਾ ਕੋਈ ਲੀਡਰ ਮਿਲ ਜੇ ਜੀ। ਲੀਡਰ ਅੱਜ ਦੀ ਗੱਲ ਨਹੀਂ, ਜਦੋਂ ਅਕਾਲੀ ਦਲ ਨਾਲ ਸਮਝੌਤਾ ਸੀ ਲੀਡਰ ਭਾਰਤੀ ਜਨਤਾ ਪਾਰਟੀ ਕੋਲੇ ਉਦੋਂ ਵੀ ਨਹੀਂ ਸੀ। ਉਦੋਂ ਵੀ ਭਾਰਤੀ ਜਨਤਾ ਪਾਰਟੀ ਅਕਾਲੀ ਦਲ ਦੇ ਗਲ ਲੱਗ ਕੇ ਜਿਹੜੀਆਂ ਸੀਟਾਂ ਜਿੱਤਦੀ ਰਹੀ, ਐਤਕੀ 3 ਹੈ ਤੇ ਕਿਸੇ ਵੇਲੇ ਇਹਨਾਂ ਦੀਆਂ 19 ਹੁੰਦੀਆਂ ਸੀ। ਹੁਣ ਵੀ ਉਹ ਗੱਠਜੋੜ ਵਾਲੇ ਚੱਕਰ ਦੇ ਵਿੱਚ ਹੀ ਹੈ। ਉਹਨਾਂ ਨੂੰ ਵੀ ਸਮਝ ਹੈ ਕਿ ਸਾਡੇ ਕੋਲੇ ਕੋਈ ਕੱਦਾਵਰ ਲੀਡਰ ਹੀ ਨਹੀਂ ਜਿਹੜਾ ਆਪਦੇ ਬਲਬੂਤੇ ਤੇ ਵੋਟਾਂ ਲੈ ਲਵੇ। ਜਿਹੜੀ ਪਾਰਟੀ ਨਾਲ ਸਾਡਾ ਸਮਝੌਤਾ ਹੋਊਗਾ, ਅਕਾਲੀ ਦਲ ਇੱਕ ਰੀਜਨਲ ਪਾਰਟੀ ਸੀ, ਉਹ ਪਾਰਟੀ ਦੇ ਨਾਲ ਅਸੀਂ ਸਮਝੌਤਾ ਕਰਕੇ ਕੁਝ 4 ਸੀਟਾਂ ਲੈ ਲੈਂਦੇ ਸੀ। ਜੀ। ਇਸੇ ਕਰਕੇ ਉਹਨਾਂ ਨੇ ਇਹ ਗੱਲ ਕਹੀ ਹੈ। ਦੇਖੋ, ਪਾਰਟੀ ਕੈਪਟਨ ਅਮਰਿੰਦਰ ਸਿੰਘ ਆਪਦੀ ਬਣਾਊਗਾ। ਅਮਰਿੰਦਰ ਸਿੰਘ ਆਪਦੀ ਪਾਰਟੀ ਬਣਾ ਕੇ ਉਹਦਾ ਦਾਰੋਮਦਾਰ ਸਾਰਾ ਜਿਹੜਾ ਹੈ ਜੀ, ਉਹ ਇਸ ਗੱਲ ਦੇ ਉੱਤੇ ਹੈ ਕਿ ਜਿਹੜਾ ਕਿਸਾਨ ਅੰਦੋਲਨ ਹੈ, ਕਿਸਾਨ ਅੰਦੋਲਨ ਜਿਹੜਾ ਹੈਗਾ, ਇਹਨੂੰ ਸਨਮਾਨਪੂਰਵਕ ਢੰਗ ਦੇ ਨਾਲ ਸਮਾਪਤ ਕਰਵਾਇਆ ਜਾਵੇ ਜੀ। ਭਾਵੇਂ ਕਿ 3 ਕਾਲੇ ਕਾਨੂੰਨ ਹੈ ਜਿਹੜੇ, ਇਹ ਕਾਲੇ ਕਾਨੂੰਨ ਰੱਦ ਹੋਣ, MSP ਦੀ ਕਾਨੂੰਨੀ ਗਰੰਟੀ ਹੋਵੇ ਜੀ, ਔਰ ਡਾਈਵਰਸਿਫਿਕੇਸ਼ਨ ਵਾਸਤੇ ਫਸਲੀ ਵਿਭਿੰਨਤਾ ਦੇ ਲਈ ਇੱਕ ਯੋਜਨਾ ਹੋਵੇ ਜੀ। ਕੇਂਦਰ ਸਰਕਾਰ ਦੀ ਇਹ ਗਰੰਟੀ ਦੇ ਦੇਣ ਤਾਂ ਇਹਦੇ ਨਾਲ ਕਿਸਾਨਾਂ ਦਾ ਵੀ ਗੁੱਸਾ ਜਿਹੜਾ ਕਿਸੇ ਹੱਦ ਤੱਕ ਠੰਡਾ ਹੋ ਸਕਦਾ। ਹਾਂ, ਕਿਸਾਨਾਂ ਦੀ ਇਹ ਗੱਲ ਜ਼ਰੂਰ ਹੋਊ ਕਿ ਜੇ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਦਾ ਸਮਝੌਤਾ ਕਰਾਉਣ ਦੇ ਵਿੱਚ ਕਾਮਯਾਬ ਹੋ ਗਿਆ, ਉਹਨਾਂ ਦੀਆਂ ਮੰਗਾਂ ਸਾਰੀਆਂ ਮਨਵਾ ਲਈਆਂ, ਤਾਂ ਫਿਰ ਕਿਸਾਨਾਂ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਕੋਈ ਰੰਜ ਨਹੀਂ ਹੋਊਗਾ ਜੀ। ਇਹ ਤੋਂ ਇਲਾਵਾ ਵੀ ਆਪਾਂ ਦੇਖੀਏ ਦਾਨੇਵਾਲੀਆ ਸਾਹਿਬ, 2 ਗੱਲਾਂ ਆਪਾਂ ਇਗਨੋਰ ਨਹੀਂ ਕਰ ਸਕਦੇ ਇਸ ਗੱਲ ਨੂੰ ਕਿ ਅਮਰਿੰਦਰ ਸਿੰਘ ਦੇ ਖਿਲਾਫ ਐਂਟੀ ਇਨਕੰਬੈਂਸੀ ਭਾਵੇਂ ਬਹੁਤ ਹੈ ਜੀ। ਲੋਕ ਇਸ ਗੱਲ ਤੋਂ ਬੜੇ ਖਫਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ 4.5 ਸਾਲਾਂ ਦੇ ਵਿੱਚ ਜੋ ਉਹਨਾਂ ਤੋਂ ਆਸਾਂ ਉਮੀਦਾਂ ਸੀ ਉਹਨਾਂ ਤੇ ਖਰੇ ਨਹੀਂ ਉਤਰੇ। ਉਹਨਾਂ ਨੇ ਕੀਤਾ ਕੱਖ ਨਹੀਂ। ਲੇਕਿਨ ਇਹ ਵੀ ਗੱਲ ਹੈਗੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਪਿਛਲੀ ਕਾਰਗੁਜ਼ਾਰੀ ਹੈ, ਉਹਦਾ ਮਾੜਾ ਮੋਟਾ ਸਿਲਾ ਉਹਨਾਂ ਨੂੰ ਮਿਲਦਾ ਹੈ ਜੀ। ਅਗਰ ਇਹ ਸਮਝੌਤਾ ਹੋ ਜਾਂਦਾ ਹੈ, ਇਸ ਸਮਝੌਤੇ ਦੇ ਚੱਲਦਿਆਂ, ਇਹ ਤਾਂ ਫਿਰ ਕਿਸਾਨਾਂ ਦੇ ਸਾਹਮਣੇ ਵੀ ਗੱਲ ਆਊਗੀ, ਜਥੇਬੰਦੀਆਂ ਭਾਵੇਂ ਨਾ ਹੋਣ, ਕਿ ਜਦੋਂ ਕਾਲੇ ਕਾਨੂੰਨ ਬਣੇ ਆ, 3 ਆਰਡੀਨੈਂਸ ਬਣੇ ਆ, ਆਰਡੀਨੈਂਸ ਬਣਵਾਉਣ ਦੇ ਵਿੱਚ ਅਕਾਲੀ ਦਲ ਵਾਲੇ ਤਾਂ ਮੂਹਰੇ ਸੀ। ਉਹ ਅਕਾਲੀ ਦਲ ਨੂੰ ਵੋਟਾਂ ਕਿਵੇਂ ਪਾਉਣਗੇ ਜੀ? ਕਾਂਗਰਸ ਪਾਰਟੀ ਨੂੰ ਵੋਟਾਂ ਕਿਹਦੇ ਆਸਰੇ ਤੇ ਪਾਉਣਗੇ? ਕਾਂਗਰਸ ਪਾਰਟੀ ਦਾ ਮੂੰਹ ਸਿਰ ਕੀ ਹੈ ਇਸ ਵੇਲੇ ਜੀ? ਤੁਸੀਂ ਦੱਸੀ ਜਾਂਦੇ ਹੋ ਕਿ ਮੁੱਖ ਮੰਤਰੀ ਤਾਂ ਬਣਾਇਆ ਚਰਨਜੀਤ ਸਿੰਘ ਚੰਨੀ, ਚਿਹਰਾ ਤਾਂ ਕਹਿੰਦੇ ਜੀ ਅਸੀਂ ਇੱਕ ਸ਼ਡਿਊਲ ਕਾਸਟ ਭਾਈਚਾਰੇ ਦੇ ਵਿੱਚੋਂ ਲੈ ਲਿਆ, ਤੇ ਜਿਹੜੇ ਮੁਸਤਫਾ ਸਾਹਿਬ ਉਹ ਕਹੀ ਜਾਂਦੇ ਜੀ ਮੁੱਖ ਮੰਤਰੀ ਤਾਂ ਫਿਰ ਬਣੂਗਾ ਨਵਜੋਤ ਸਿੰਘ ਸਿੱਧੂ ਨੂੰ ਰੋਕੂਗਾ ਕੌਣ? ਇਸ ਕਿਸਮ ਦੀਆਂ ਗੱਲਾਂ ਹੋਣੀਆਂ। ਅਜੇ ਤੱਕ ਤਾਂ ਗੱਲ ਅਜੇ ਸ਼ੁਰੂਆਤ ਹੋਈ ਹੈ ਜੀ। 2-3-4 ਮਹੀਨਿਆਂ ਤੱਕ ਗੱਲ ਕਿੱਥੇ ਜਾਣੀ ਹੈ? 6 ਮਹੀਨੇ ਰਹਿ ਗਏ, ਕੰਮ ਦੇ ਮਹੀਨੇ 3 ਨੇ ਨਾ ਕੋਈ। ਇਹਨਾਂ 3 ਕੰਮ ਦੇ ਮਹੀਨਿਆਂ ਦੇ ਵਿੱਚ ਕਿੰਨਾ ਕੁ ਕੰਮ ਕਰ ਲੈਣਗੇ? ਕਿੰਨੀਆਂ ਜਿਹੜੀਆਂ ਚੰਨੀ ਸਾਹਿਬ ਦੇ ਪੈਰਾਂ ਦੇ ਵਿੱਚ ਬੇੜੀਆਂ ਪਾਈਆਂ ਗਈਆਂ, ਉਹ ਬੇੜੀਆਂ ਉਹਨਾਂ ਨੂੰ ਤੁਰਨ ਕਿੰਨਾ ਕੁ ਦੇਣਗੀਆਂ? ਲੇਕਿਨ ਇਹੋ ਜਿਹਾ ਜਦੋਂ ਮਾਹੌਲ ਹੋਵੇ, ਜਦੋਂ ਗੈਰ ਯਕੀਨੀ ਵਾਲਾ ਮਾਹੌਲ ਹੋਵੇ, ਜਦੋਂ ਖਲਾ ਜਾ ਪੈਦਾ ਹੋਇਆ ਹੋਵੇ, ਉਦੋਂ ਅਫਵਾਹਾਂ ਵੀ ਬਹੁਤ ਉੱਡਦੀਆਂ। ਬਿਲਕੁਲ ਫਲਾਨਾ ਹੋ ਗਿਆ। ਕੱਲ ਇੱਕ ਅਫਵਾਹ ਉੱਡੀ ਪਈ ਸੀ
ਕਿ ਕੈਪਟਨ ਅਮਰਿੰਦਰ ਸਿੰਘ 2 ਅਕਤੂਬਰ ਨੂੰ ਪਾਰਟੀ ਬਣਾਊਗਾ। 2 ਅਕਤੂਬਰ ਤਾਂ ਕੱਲ ਨੂੰ ਹੈ। ਤੇ ਅੱਜ ਫਿਰ ਚਰਚਾ ਵੀ ਸ਼ੁਰੂ ਹੋ ਗਈ ਨਾ, ਕੀ ਕਰਦੇ ਕਹਿੰਦੇ ਵੀ ਪੰਜਾਬ ਵਿਕਾਸ ਪਾਰਟੀ। ਚਲੋ ਕੁਛ ਵੀ ਨਾ ਤਾਂ ਕੁਛ ਵੀ, ਪੰਜਾਬ ਵਿਕਾਸ ਪਾਰਟੀ ਵੀ ਹੋ ਸਕਦਾ, ਪੰਜਾਬ ਕਾਂਗਰਸ ਪਾਰਟੀ ਵੀ ਹੋ ਸਕਦਾ ਹੈ। ਵੈਸੇ ਇਹ ਵੀ ਖਬਰ ਆ ਗਈ ਸੀ ਕਿ ਪਹਿਲਾਂ ਕੈਪਟਨ ਅਮਰਿੰਦਰ ਸਿੰਘ 15 ਬੰਦਿਆਂ ਨੂੰ ਨਾਲ ਲੈ ਕੇ ਆਪਦੀ ਪਾਰਟੀ ਬਣਾਊਗਾ ਔਰ ਉਹਦੇ ਵਾਸਤੇ ਤਰੀਕ ਕੋਈ ਨਹੀਂ ਦਿੱਤੀ ਹਾਲੇ ਜੀ। ਮਤਲਬ ਇਹ ਤਾਂ ਹੁਣ ਆਪਾਂ ਨੂੰ ਵੀ ਪਤਾ ਹੈ ਕਿ ਸਿਆਸੀ ਬੰਦੇ ਨੇ ਬੱਕਰੀਆਂ ਤਾਂ ਚਾਰਨੀਆਂ ਨਹੀਂ। ਬਿਲਕੁਲ ਉਹਨੇ ਤਾਂ ਸਿਆਸਤ ਕਰਨੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਤਾਂ ਆਹੀ ਕੰਮ ਕਰਨਾ ਹੈ। ਬਿਲਕੁਲ, ਜਿੰਨੀ ਦੇਰ ਤੱਕ ਉਹ ਸਿਆਸਤ ਦੇ ਵਿੱਚ ਐਕਟਿਵ ਹੈ। ਪਰ ਇਹ ਫਿਰ ਜਾਂ ਤਾਂ ਇਹ ਵੀ ਦੱਸਦੇ ਨੇ ਅਖਬਾਰਾਂ ਵੀ ਕਿੱਦੇ ਬਣਾਊਗਾ, ਫਿਰ ਤਾਂ ਆਪਾਂ ਮੰਨ ਲਈਏ। ਪਰ ਮੇਰੇ ਖਿਆਲ ਮੁਤਾਬਕ ਪਾਰਟੀ ਜ਼ਰੂਰ ਬਣਾਊਗਾ। ਅਜੇ ਤੱਕ ਉਹ ਵਿਚਾਰ ਵਟਾਂਦਰੇ ਵਾਲਾ ਚੱਕਰ ਹੈ। ਪਹਿਲਾਂ ਕੋਈ ਵੀ ਬੰਦਾ ਜਦੋਂ ਪਾਰਟੀ ਬਣਾਉਂਦਾ, ਪਾਰਟੀ ਬਣਾਉਣ ਤੋਂ ਪਹਿਲਾਂ ਉਹ ਨਕਸ਼ਾ ਬਣਾਉਂਦਾ। ਨਕਸ਼ਾ ਤਾਂ ਬਣਾਉਣਾ ਪਊਗਾ, ਉਹਨੂੰ ਨਕਸ਼ਾ ਬਣਾਉਣਾ ਪੈਣਾ, ਉਹਨੂੰ ਦੇਖਣਾ ਪੈਣਾ ਕਿਹਦੇ ਨਾਲ ਤੁਰਨਾ ਪੈਣਾ। ਜੀ ਪਰ ਹਾਲਾਤ ਵੇਖ ਕੇ ਨਕਸ਼ਾ ਤਾਂ ਬਣਾਈ ਬੈਠਾ ਹੋਊਗਾ ਜੀ, ਜਿਵੇਂ ਪਹਿਲਾਂ ਪਤਾ ਹੀ ਸੀਗਾ ਮੈਨੂੰ ਟਿੱਬੀ ਲਾਉਣਗੇ। ਨਹੀਂ, ਉਹ ਤਾਂ ਬਣਾਈ ਬੈਠਾ ਉਹਨੇ ਨਕਸ਼ਾ। ਤਾਂ ਹੁਣ ਆ ਵੀ ਬਣਦਾ ਨਾ। ਹੁਣ ਜਿਹੜਾ ਢੀਂਡਸਾ ਸਾਹਿਬ ਦਾ ਅੱਜ ਵਾਲਾ ਬਿਆਨ ਹੈ, ਇਸ ਬਿਆਨ ਨੂੰ ਤੁਸੀਂ ਕੀ ਕਹੋਗੇ ਜੀ? ਇਹ ਬਿਆਨ ਐਵੇਂ ਨਹੀਂ ਆ ਗਿਆ। ਇਹਦਾ ਮਤਲਬ ਇਹ ਬਿਆਨ ਜਿਹੜੀ ਫਿਰ ਕੱਲ ਪਰਸੋਂ ਜਿਹੜੀ ਗੱਲ ਹੋਈ ਹੈ ਅਮਿਤ ਸ਼ਾਹ ਨਾਲ ਜੀ, ਉੱਥੋਂ ਵੀ ਕੋਈ ਨਾ ਕੋਈ ਝੰਡੀ ਹਲੀ ਹੋਣੀ ਹੈ। ਵੀ ਹੋ ਸਕਦਾ। ਪਹਿਲਾਂ ਇਹ ਗੱਲਾਂ ਆਉਂਦੀਆਂ ਰਹੀਆਂ ਨੇ ਕਿ ਢੀਂਡਸਾ ਸਾਹਿਬ ਨੇ ਤਾਂ ਬੀਜੇਪੀ ਦੇ ਕਹਿੰਦੇ ਤੇ ਅਕਾਲੀ ਦਲ ਛੱਡਿਆ ਸੀ। ਤੇ ਜੇ ਬੀਜੇਪੀ ਦੇ ਕਹਿੰਦੇ ਅਕਾਲੀ ਦਲ ਛੱਡਿਆ, ਕੈਪਟਨ ਤਾਂ ਜਾਈ ਆਇਆ ਬੀਜੇਪੀ ਵਾਲੇ ਕੋਲ। ਬਿਲਕੁਲ। ਤਾਂ ਫਿਰ ਬੀਜੇਪੀ ਵਾਲੇ ਨੇ ਇਹ ਕਿਹਾ ਹੋਣਾ ਵੀ ਭਾਈ ਤੁਸੀਂ ਫਿਰ ਤੁਹਾਡਾ ਤਾਂ ਕੁਝ ਬਣਦਾ ਨਹੀਂ, ਇਕੱਠੇ ਜੇ ਰਲ ਕੇ ਕਰ ਲਓ ਕੁਛ ਨਾ ਕੁਛ। ਹੁਣ ਇੱਥੇ ਸਵਾਲ ਫਿਰ ਆਉਂਦਾ ਜੀ, ਢੀਂਡਸਾ ਸਾਹਿਬ ਕਹਿੰਦੇ ਚਲੋ ਠੀਕ ਹੈ ਜੀ ਮੈਂ ਇੱਧਰ ਚੱਲਣ ਨੂੰ ਤਿਆਰ, ਵੀਰ ਦਵਿੰਦਰ ਸਿੰਘ ਨੂੰ ਕਿੱਥੇ ਪਾਉਂਗੇ? ਕੈਪਟਨ ਅਮਰਿੰਦਰ ਸਿੰਘ ਦਾ ਸਭ ਤੋਂ ਵੱਡਾ ਆਲੋਚਕ ਜਿਹੜਾ ਹੈਗਾ ਉਹ ਵੀਰ ਦਵਿੰਦਰ ਸਿੰਘ ਹੈ। ਉਹਨੂੰ ਫਿਰ ਕਿਹੜੇ ਖਾਤੇ 'ਚ ਪਾਉਂਗੇ? ਇਹੀ ਕਾਰਨ ਹੈ ਮੇਰਾ ਖਿਆਲ ਜਿਹੜਾ ਅੱਜ ਉਹਨਾਂ ਨੇ ਕਿਹਾ ਢੀਂਡਸਾ ਸਾਹਿਬ ਨੇ ਕਿ ਅਸੀਂ ਵੀ ਆਪਣੇ ਬੰਦੇ ਨਾਲ ਰਾਏ ਕਰਨੀ ਹੈ ਤੇ ਇਹ ਵੀ ਆਪਦੇ ਬੰਦੇ ਨਾਲ ਰਾਏ ਕਰਨਗੇ। ਉਦੋਂ ਬਾਅਦ ਅਸੀਂ ਦੇਖਾਂਗੇ। ਹਾਂ, ਇਹ ਗੱਲ ਜ਼ਰੂਰ ਹੋ ਸਕਦੀ ਹੈ ਕਿ ਜੇ ਸੱਚਮੁੱਚ ਹੀ ਭਾਰਤੀ ਜਨਤਾ ਪਾਰਟੀ ਦਾ ਫੈਸਲਾ ਹੋ ਗਿਆ ਕਿ ਹਾਂ ਆਪਾਂ ਅਕਾਲੀ ਦਲ ਦੇ ਨਾਲ ਟੱਕਰ ਲੈਣੀ ਹੈ, ਤਾਂ ਫਿਰ ਉਹਨਾਂ ਨੂੰ ਇਹ ਗੱਲ ਜ਼ਰੂਰੀ ਹੋਣੀ ਹੈ ਕਿਉਂਕਿ ਕਾਂਗਰਸ ਪਾਰਟੀ ਦੇ ਵਿੱਚ ਰਹਿੰਦੇ ਹੋਏ ਕੈਪਟਨ ਅਮਰਿੰਦਰ ਸਿੰਘ ਕਦੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨਹੀਂ ਲੈ ਸਕਦਾ ਸੀ। ਉਹ ਉਸ ਤਰ੍ਹਾਂ ਐਕਟਿਵ ਨਹੀਂ ਸੀ ਹੋ ਸਕਦਾ ਜਿਵੇਂ ਮਤਲਬ ਹੈ ਰੀਜਨਲ ਪਾਰਟੀ ਦੇ ਤੌਰ ਤੇ ਹੋ ਸਕਦਾ। ਹੁਣ ਆਜ਼ਾਦ ਹੋ ਗਿਆ ਬੰਦਾ। ਸੈਕੂਲਰ ਪਾਰਟੀ ਤਾਂ ਚਲੋ ਆਪਦੀ ਥਾਂ ਦੇ ਉੱਤੇ ਰਵੇ, ਹਰ ਇੱਕ ਪਾਰਟੀ ਆਪਣੇ ਆਪ ਨੂੰ ਸੈਕੂਲਰ ਕਹਿੰਦੀ ਹੈ, ਲੇਕਿਨ ਇੱਥੇ ਇੱਕ ਸਿੱਖ ਦੇ ਨਾਤੇ ਦੇ ਫਿਰ ਉਹਨੂੰ ਜਿਹੜਾ ਸੌਖਾ ਹੋ ਜਾਣਾ। ਢੀਂਡਸਾ ਸਾਹਿਬ ਹੋਰਾਂ ਦਾ ਵੀ ਜਿਹੜਾ ਗੋਲ ਹੈ, ਪਹਿਲਾ ਗੋਲ ਉਹ ਤਾਂ SGPC ਹੈ। ਬਿਲਕੁਲ। ਔਰ ਉਹ ਇਕੱਲੇ ਢੀਂਡਸਾ ਸਾਹਿਬ ਨਹੀਂ, ਢੀਂਡਸਾ ਸਾਹਿਬ ਹੋਰਾਂ ਦੇ ਨਾਲ ਫਿਰ ਜਿਹੜੀ ਹੈਗੀ ਹੈ ਪੰਥਕ ਸੇਵਾ ਲਹਿਰ, ਆਪਣੇ ਭਾਈ ਰਣਜੀਤ ਸਿੰਘ ਹੋਰੀ, ਉਹ ਵੀ ਹੈਗੇ, ਉਹ ਵੀ ਜੁੜੇ ਹੋਏ ਜੀ। ਸੋ ਸ਼ੁਕਰੀਆ ਜੀ ਤੁਹਾਡਾ, ਬਹੁਤ ਬਹੁਤ ਮਿਹਰਬਾਨੀ। ਸੋ ਇੱਕ ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਨੇ। ਜੁੜੇ ਰਹੋ ਰੇਡੀਓ ਪੰਜਾਬ ਟੁਡੇ ਦੇ ਨਾਲ।